साहब डोप टेस्ट होना चाहिए कैंडिडेट्स का, क्यों? अगर लॉ मेकर ही आप ही जिन्हें कानून बनाना है नशेड़ी होएगा तेरी कमिटमेंट नशे के प्रति कितनी होएगी। ADR ਦੀ ਰਿਪੋਰਟ ਕਹਿੰਦੀ ਹੈ ਕਿ ਪੰਜਾਬ ਵਿੱਚ ਇਲੈਕਸ਼ਨ ਲੜਨ ਵਾਲੇ 27 ਕੈਂਡੀਡੇਟਸ ਬੀਜੇਪੀ ਦੇ ਐਸੇ ਨੇ ਜਿਨ੍ਹਾਂ ਤੇ ਕ੍ਰਿਮੀਨਲ ਕੇਸ ਚੱਲ ਰਹੇ। ਫਿਰ ਜੇ ਡੋਪ ਟੈਸਟ ਕਰਕੇ ਕੈਂਡੀਡੇਟ ਨੂੰ ਬਾਹਰ ਕੱਢਿਆ ਜਾ ਸਕਦਾ ਤੇ ਜਿਹਦੇ ਉੱਤੇ ਕ੍ਰਿਮੀਨਲ ਕੇਸ ਚੱਲ ਰਹੇ ਉਹਨੂੰ ਕਿਉਂ ਨਹੀਂ ਕੱਢਿਆ ਜਾ ਸਕਦਾ? ਜਿਹੜਾ ਤੁਹਾਡਾ ਸੰਕਲਪ ਪੱਤਰ ਹੈ ਇਹ ਪਹਿਲਾ ਕਾਲਮ ਬਣਾਇਆ ਸ਼ਾਂਤੀ ਤੇ ਭਾਈਚਾਰਾ। ਪੰਜਾਬ ਦਾ ਸ਼ਾਂਤੀ ਭਾਈਚਾਰੇ ਨੂੰ ਹੋਇਆ ਕੀ? ਪੰਜਾਬ ਦੇ ਵਿੱਚ ਤੇ ਜਦੋਂ ਅੱਤਵਾਦ ਦਾ ਦੌਰ ਸੀਗਾ ਹਿੰਦੂ ਮੁਸਲਿਮ ਹਿੰਦੂ ਸਿੱਖ ਵਿਵਾਦ ਤੇ ਉਦੋਂ ਨਹੀਂ ਹੋਇਆ। ਹੁਣ ਬੀਜੇਪੀ ਇਕੱਲਿਆਂ ਲੜ ਰਹੀ ਹੈ ਤੇ ਪੰਜਾਬ ਦੀ ਅਮਨ ਸ਼ਾਂਤੀ ਨੂੰ ਕੀ ਹੋਊ? ਪੰਜਾਬ ਦਾ PPC ਪ੍ਰੈਜ਼ੀਡੈਂਟ ਉਹਦਾ ਮੁੱਖ ਸਲਾਹਕਾਰ ਮਲੇਰਕੋਟਲਾ ਦੀ ਧਰਤੀ ਤੇ ਖੜਾ ਹੋ ਕੇ ਕਹਿੰਦਾ ਹਿੰਦੂ ਸਿੱਖ ਤੇ ਜਲਸਾ ਨਹੀਂ ਕਰਨ ਦਿਆਂਗਾ, ਅੰਦਰ ਵੜ ਕੇ ਮਾਰਾਂਗਾ। ਮੁਹੰਮਦ ਮੁਸਤਫਾ ਕਹਿੰਦੇ ਨੇ ਕਿ ਕੈਪਟਨ ਅਮਰਿੰਦਰ ਸਿੰਘ ਬਹੁਤ ਕਰਪਟ ਲੀਡਰ ਹੈ। ਕੈਪਟਨ ਅਮਰਿੰਦਰ ਸਿੰਘ ਅਕਾਲੀਆਂ ਦੇ ਨਾਲ ਮਿਲੇ ਹੋਏ ਆ। ਕੈਪਟਨ ਅਮਰਿੰਦਰ ਸਿੰਘ ਜਾਣਦੇ ਸੀਗੇ ਕਿ ਪੰਜਾਬ 'ਚ ਮਾਫੀਆ ਕੰਮ ਕਰ ਰਿਹਾ, ਫਿਰ ਵੀ ਕਾਰਵਾਈ ਨਹੀਂ ਕੀਤੀ। ਫਿਰ ਬੀਜੇਪੀ ਉਹ ਸੀਰੀਅਸਲੀ ਕਿਉਂ ਨਹੀਂ ਲੈਂਦੀ? ਡਬਲ ਇੰਜਨ ਦੇ ਸਰਕਾਰ ਸ਼ਬਦ ਨੂੰ ਕੀ ਮੰਨਿਆ ਜਾਏ ਕਿ ਜੇ ਪੰਜਾਬ ਦੇ ਵਿੱਚ ਬੀਜੇਪੀ ਦੀ ਸਰਕਾਰ ਨਹੀਂ ਆਂਦੀ ਤੇ ਸੈਂਟਰ ਉਦੋਂ ਬ੍ਰੇਕਾਂ ਲਾ ਦੇਗਾ? ਕੀ ਇਨਡਾਇਰੈਕਟ ਥ੍ਰੈਟ ਮੰਨਿਆ ਜਾਏ ਕਿ ਜੇ ਡਬਲ ਇੰਜਨ ਦੀ ਸਰਕਾਰ ਨਹੀਂ ਬਣੀ ਤੇ ਫਿਰ ਉਧਰੋਂ ਸੈਂਟਰ 'ਚੋਂ ਚੂੜੀਆਂ ਟਾਈਟ ਕਰ ਦੋਗੇ, ਪੰਜਾਬ ਨੂੰ ਕੁਝ ਨਹੀਂ ਮਿਲੇਗਾ? ਜੇ ਬੀਜੇਪੀ ਦੀ ਸਰਕਾਰ ਬਣੀ ਤੇ ਫਿਰ ਰਾਬਤਾ ਚੱਲਦਾ ਰਹੂ। ਜਦੋਂ ਕਰੋਨਾ ਦੇ ਦੌਰਾਨ ਕੈਪਟਨ ਅਮਰਿੰਦਰ ਸਿੰਘ ਇੱਥੇ ਰਾਸ਼ਨ ਵੰਡ ਰਹੇ ਸੀ ਜਾਂ ਦਵਾਈਆਂ ਵੰਡ ਰਹੇ ਸੀ, ਬੀਜੇਪੀ ਦੇ ਲੀਡਰ ਪ੍ਰੋਟੈਸਟ ਕਰਦੇ ਸੀ, ਤੁਸੀਂ ਵੀ ਕਰਦੇ ਸੀਗੇ। ਸੈਂਟਰ ਦੇ ਮਿਨਿਸਟਰ ਕਹਿੰਦੇ ਸੀ ਅਸੀਂ ਇੰਨਾ ਰਾਸ਼ਨ ਭੇਜਿਆ ਔਰ ਪੰਜਾਬ 'ਚ ਵੰਡਿਆ ਨਹੀਂ ਗਿਆ। ਇਹੀ ਕਨਫਲਿਕਟ ਸੀਗਾ ਕਿ ਤੁਸੀਂ ਮਦਦ ਦਿੰਦੇ ਸੀ, ਕੈਪਟਨ ਅੱਗੇ ਨਹੀਂ ਪਹੁੰਚਾਉਂਦੇ ਸੀ, ਜਾਂ ਕੈਪਟਨ ਤੁਹਾਡੇ ਕੋਲ ਮਦਦ ਮੰਗਦੇ ਹੀ ਨਹੀਂ ਸੀ, ਉਹਦੇ ਕਰਕੇ ਸਟੇਟ ਰੁਲ ਗਈ। ਤਰੁਣ ਚੁੱਗ ਪੰਜਾਬ 'ਚ ਉਹ ਪਹਿਲੇ ਲੀਡਰ ਸੀਗੇ ਜਿਨ੍ਹਾਂ ਨੇ ਇਹ ਗੱਲ ਕਹੀ ਕਿ ਬੀਜੇਪੀ ਦੀ ਸਰਕਾਰ ਬਣੀ ਤੇ CM ਦਲਿਤ ਬਣੂਗਾ। ਬਾਅਦ ਵਿੱਚ ਤੁਸੀਂ ਵੀ ਚੁੱਪ ਕਰ ਗਏ, ਪਾਰਟੀ ਵੀ ਚੁੱਪ ਕਰ ਗਈ, ਕਿਉਂ? ਜਲੰਧਰ ਦੇ ਵਿੱਚ ਆਪਣਾ ਮੈਨੀਫੈਸਟੋ ਜਾਰੀ ਕਰਦੇ ਹੋਏ ਕੇਂਦਰੀ ਮੰਤਰੀ ਹਰਦੀਪ ਪੁਰੀ ਨੇ ਇਹ ਮੰਗ ਕੀਤੀ ਕਿ ਜਿਹੜੇ ਉਮੀਦਵਾਰ 2022 ਦੀ ਚੋਣ ਲੜ ਰਹੇ ਨੇ ਉਹਨਾਂ ਦਾ ਡੋਪ ਟੈਸਟ ਕਰਵਾਇਆ ਜਾਣਾ ਚਾਹੀਦਾ ਹੈ। ਅੱਜ ਭਾਜਪਾ ਨੇ ਆਪਣਾ ਸੰਕਲਪ ਪੱਤਰ ਜਲੰਧਰ ਦੇ ਵਿੱਚ ਜਾਰੀ ਕੀਤਾ ਹੈ। ਇਸ ਬਾਰੇ ਗੱਲਬਾਤ ਕਰਾਂਗੇ ਕਿ ਸੰਕਲਪ ਪੱਤਰ ਦੇ ਵਿੱਚ ਜਿਹੜੇ ਵਾਅਦੇ ਕੀਤੇ ਗਏ ਨੇ ਉਹ ਹਕੀਕਤ ਦੇ ਕਿੰਨੇ ਨੇੜੇ ਹੈਗੇ ਨੇ। ਸਾਡੇ ਨਾਲ ਬੀਜੇਪੀ ਦੇ ਸੀਨੀਅਰ ਲੀਡਰ ਨੈਸ਼ਨਲ ਸੈਕਟਰੀ ਤਰੁਣ ਚੁੱਗ ਖਾਸ ਤੌਰ ਤੇ ਜੁੜ ਰਹੇ ਨੇ। ਚੁੱਗ ਸਾਹਿਬ ਬਹੁਤ-ਬਹੁਤ ਸਵਾਗਤ ਹੈ ਦੈਨਿਕ ਸਵੇਰਾ ਤੇ। ਚੁੱਗ ਸਾਹਿਬ, ਡੋਪ ਟੈਸਟ ਹੋਣਾ ਚਾਹੀਦਾ ਕੈਂਡੀਡੇਟਸ ਦਾ, ਕਿਉਂ? ਐਸਾ ਕਿ ਜਦੋਂ ਅਸੀਂ ਸਮਾਜ ਦੇ ਲੋਕਾਂ ਨੂੰ ਕਹਿ ਰਹੇ ਹਾਂ, ਪੁਲਿਸ ਦੀ ਭਰਤੀ 'ਚ ਕਹਿ ਰਹੇ ਹਾਂ, ਖਿਲਾੜੀਆਂ ਨੂੰ ਕਹਿ ਰਹੇ ਹਾਂ, ਨਵੀਂ ਨੌਕਰੀਆਂ ਤੇ ਕਹਿ ਰਹੇ ਹਾਂ, ਤੇ ਜਿਹੜਾ ਲੋਕਾਂ ਨੇ ਨੌਕਰੀਆਂ ਦੇਣ ਵਾਲਾ ਬਣਨਾ ਹੈ, ਜਿਨ੍ਹਾਂ ਨੇ ਲਾਅ ਮੇਕਰ ਬਣਨਾ ਹੈ, ਉਹ ਵੀ ਤੇ ਸਹੀ ਹੋਣੇ ਚਾਹੀਦੇ। ਅਗਰ ਲਾਅ ਮੇਕਰ ਹੀ ਆਪ ਹੀ ਜਿन्हें ਕਾਨੂੰਨ ਬਣਾਉਣਾ ਹੈ, जिन्हें विधान सभा जाके कानून खड़ा करना है, अगर वो ही नशेड़ी होएगा तो उसकी कमिटमेंट नशे के प्रति कितनी होएगी वो समझ आता है। डर नहीं लगता कल नूं अपनी पार्टी के लीडर भी कितने डोप टेस्ट पॉजिटिव आ गए? ऐसे जो देश और समाज नूं सामने रखांगे, जो पंजाब दिसेगा उदों डर हट जाऊगा तो फिर सामने किसी का चेहरा नहीं है। जे तुहाडी और मैं पहली प्राथमिकता पार्टी के लीडरां दे डोप टेस्ट पॉजिटिव आए कढ़ दोगे? मैं तुहानूं कहा मैं पहला बंदा होवांगा जिहड़ा डोप टेस्ट करावां। ADR ਦੀ ਰਿਪੋਰਟ ਦੇਖੀ? देखो ADR ਦੀ ਰਿਪੋਰਟ ਕਹਿੰਦੀ ਹੈ ਕਿ ਪੰਜਾਬ ਵਿੱਚ ਇਲੈਕਸ਼ਨ ਲੜਨ ਵਾਲੇ 315 ਕੈਂਡੀਡੇਟਸ ਦੇ ਵਿੱਚੋਂ 27 ਕੈਂਡੀਡੇਟਸ ਬੀਜੇਪੀ ਦੇ ਐਸੇ ਨੇ ਜਿਨ੍ਹਾਂ ਤੇ ਕ੍ਰਿਮੀਨਲ ਕੇਸ ਚੱਲ ਰਹੇ। ਉਹ ਕਾਨੂੰਨ ਦੇ ਤਹਿਤ ਲੜ ਰਹੇ, ਚੁਣਾਵ ਆਯੋਗ ਦੀ ਸ਼ਰਤਾਂ ਦੇ ਮੁਤਾਬਕ ਲੜ ਰਹੇ ਕਿ ਸ਼ਰਤਾਂ ਤੋੜ ਕੇ ਲੜ ਰਹੇ? ਫਿਰ ਜੇ ਡੋਪ ਟੈਸਟ ਕਰਕੇ ਕੈਂਡੀਡੇਟ ਨੂੰ ਬਾਹਰ ਕੱਢਿਆ ਜਾ ਸਕਦਾ ਤੇ ਜਿਹਦੇ ਉੱਤੇ ਕ੍ਰਿਮੀਨਲ ਕੇਸ ਚੱਲ ਰਹੇ ਉਹਨੂੰ ਕਿਉਂ ਨਹੀਂ ਕੱਢਿਆ ਜਾ ਸਕਦਾ? ਐਸਾ ਕਿ ਕ੍ਰਿਮੀਨਲ ਕੇਸ ਚੱਲਣਾ ਹੋਰ ਗੱਲ ਹੈ, ਅਪਰਾਧੀ ਘੋਸ਼ਿਤ ਹੋਣਾ ਹੋਰ ਗੱਲ ਹੈ। ਚੁਣਾਵ ਆਯੋਗ ਨੇ ਮਾਪਦੰਡ ਤੈਅ ਕੀਤੇ ਕਿ ਅਗਰ ਇਹ ਅਪਰਾਧੀ ਹੈ, ਇਹਨੂੰ ਕਿੰਨੀ ਸਜ਼ਾਈ ਹੋ, ਚੁਣਾਵ ਨਹੀਂ ਲੜ ਸਕਦਾ। ਔਰ ਅਗਰ ਕਿਸੇ ਤੇ ਕੇਸ ਚੱਲਦਾ ਪਿਆ, ਉਹ ਝੂਠਾ ਵੀ ਹੋ ਸਕਦਾ, ਸੱਚਾ ਵੀ ਹੋ ਸਕਦਾ, ਔਰ ਪੋਲੀਟੀਕਲ ਕੌਨਸਪੀਰੇਸੀ 'ਚ ਵੀ ਹੋ ਸਕਦਾ। ਬਿਨਾਂ ਅਦਾਲਤੋਂ ਮੁਲਜ਼ਮ ਬਣੇ ਨੂੰ ਅਸੀਂ ਮੁਲਜ਼ਮ ਨਹੀਂ ਕਹਿ ਸਕਦੇ। 15 ਕੈਂਡੀਡੇਟ ਐਸੇ ਨੇ ਜਿਨ੍ਹਾਂ ਤੇ ਸੀਰੀਅਸ ਕੇਸ ਚੱਲਦੇ ਨੇ। ਸੀਰੀਅਸ ਕੇਸ ਦੀ ਕੈਟੇਗਰੀ ਰੱਖੀ ਹੈ, ਜਿਸ ਤੇ ਕਤਲ ਦਾ ਕੇਸ ਹੈ, ਜਿਸ ਤੇ ਮਹਿਲਾਵਾਂ ਦੇ ਖਿਲਾਫ ਅਪਰਾਧ ਦਾ ਕੇਸ ਹੈ, ਜਿਸ ਤੇ ਅਟੈਂਪਟ ਟੂ ਮਰਡਰ ਦਾ ਕੇਸ ਹੈ। ਉਹਨਾਂ ਦੇ ਵਿੱਚ ਵੀ 15 ਕੈਂਡੀਡੇਟ ਤੁਹਾਡੇ ਐਸੇ ਹੈ ਜਿਨ੍ਹਾਂ ਤੇ ਸੀਰੀਅਸ ਕੇਸ ਚੱਲਦੇ। ਜਦ ਤੱਕ ਕਿਸੇ ਨੂੰ ਅਦਾਲਤ ਅਪਰਾਧੀ ਘੋਸ਼ਿਤ ਨਾ ਕਰ ਦੇਵੇ ਤਦ ਤੱਕ ਕਿਸੇ ਦੇ ਉੱਤੇ ਅਪਰਾਧ ਮੰਨਿਆ ਨਹੀਂ ਜਾਂਦਾ। ਔਰ ਚੁਣਾਵ ਆਯੋਗ ਨੇ ਜੋ ਕਿਹਾ ਸੀ ਸਾਡਾ ਇੱਕ ਕੈਂਡੀਡੇਟ ਉਹਦੇ ਉੱਤੇ ਪੂਰਾ ਉਤਰਦਾ ਹੈ, ਔਰ ਹਰ ਕੈਂਡੀਡੇਟ ਨੇ ਆਪਣਾ ਅਪਰਾਧਿਕ ਰਿਕਾਰਡ ਜੋ ਆਪਰਾਧਿਕ ਰਿਕਾਰਡ ਉਹ ਵੈਬਸਾਈਟ ਤੇ ਪਾਇਆ ਔਰ ਕਾਨੂੰਨ ਦੇ ਮੁਤਾਬਕ ਘੋਸ਼ਿਤ ਵੀ ਕੀਤਾ।
ਜਿਹੜਾ ਤੁਹਾਡਾ ਸੰਕਲਪ ਪੱਤਰ ਹੈ, ਇਹ ਪਹਿਲਾ ਕਾਲਮ ਬਣਾਇਆ ਸ਼ਾਂਤੀ ਤੇ ਭਾਈਚਾਰਾ। ਪੰਜਾਬ ਦਾ ਸ਼ਾਂਤੀ ਭਾਈਚਾਰੇ ਨੂੰ ਹੋਇਆ ਕੀ? ਕਿਉਂਕਿ ਪੰਜਾਬ ਦੇ ਵਿੱਚ ਤੇ ਜਦੋਂ ਅੱਤਵਾਦ ਦਾ ਦੌਰ ਸੀਗਾ, ਹਿੰਦੂ ਮੁਸਲਿਮ, ਹਿੰਦੂ ਸਿੱਖ ਵਿਵਾਦ ਤੇ ਉਦੋਂ ਨਹੀਂ ਹੋਇਆ। ਹੁਣ ਬੀਜੇਪੀ ਇਕੱਲਿਆਂ ਲੜ ਰਹੀ ਹੈ ਤੇ ਪੰਜਾਬ ਦੀ ਅਮਨ ਸ਼ਾਂਤੀ ਨੂੰ ਕੀ ਹੋ ਗਿਆ? ਐਸਾ ਕਿ ਤੁਸੀਂ ਅਮਨ ਸ਼ਾਂਤੀ ਨੂੰ ਕੱਲਾ ਹਿੰਦੂ ਸਿੱਖ ਲੜਾਈ ਨਾਲ ਨਾ ਦੇਖੋ। ਕੋਸ਼ਿਸ਼ਾਂ ਉਦੋਂ ਵੀ ਹੈ, ਕੋਸ਼ਿਸ਼ ਅੱਜ ਵੀ ਹੋ ਰਹੀਆਂ, ਔਰ ਉਦੋਂ ਵੀ ਉਹ ਕਾਮਯਾਬ ਨਹੀਂ ਸੀ ਹੋਈਆਂ ਤੇ ਅੱਜ ਵੀ ਅਸੀਂ ਕਾਮਯਾਬ ਨਹੀਂ ਹੋਣ ਦਿਆਂਗੇ। ਇਹੋ ਹੀ ਸਾਡੀ ਕਮਿਟਮੈਂਟ ਹੈ। ਲੇਕਿਨ ਤੁਸੀਂ ਲਾਅ ਐਂਡ ਆਰਡਰ ਨੂੰ ਇੱਧਰ ਵੀ ਦੇਖੋ, ਸ਼ਾਂਤੀ ਦੇ ਭਾਈਚਾਰੇ ਨੂੰ, ਕਿ ਪੰਜਾਬ ਦਾ ਪੀਪੀਸੀ ਪ੍ਰੈਜ਼ੀਡੈਂਟ ਉਹਦਾ ਮੁੱਖ ਸਲਾਹਕਾਰ ਮਲੇਰਕੋਟਲਾ ਦੀ ਧਰਤੀ ਤੇ ਖੜਾ ਹੋ ਕੇ ਕਹਿੰਦਾ ਹਿੰਦੂ ਸਿੱਖ ਇੱਥੇ ਜਲਸਾ ਨਹੀਂ ਕਰਨ ਦਿਆਂਗਾ, ਅੰਦਰ ਵੜ ਕੇ ਮਾਰਾਂਗਾ। ਇੱਕ ਆਫੀਸ਼ੀਅਲ ਉਹਨਾਂ ਦਾ ਸਲਾਹਕਾਰ ਹੈ ਮੁਹੰਮਦ ਮੁਸਤਫਾ। ਨਹੀਂ, ਦੂਜਾ ਆਫੀਸ਼ੀਅਲ ਮੈਂ ਨਾਂ ਨਹੀਂ ਲਿੱਤਾ, ਚਲੋ ਤੁਸੀਂ ਲਵੋ। ਦੂਜਾ ਆਫੀਸ਼ੀਅਲ ਸਟੇਟਮੈਂਟ ਕੋਟ ਕਰ ਰਹੇ, ਨਾਂ ਲੈ ਸਕਦੇ ਹੋ। ਦੂਜਾ ਆਫੀਸ਼ੀਅਲ ਸਪੋਕਸਪਰਸਨ ਹੈ, ਦੂਸਰਾ ਆਫੀਸ਼ੀਅਲ ਸਲਾਹਕਾਰ ਹੈ, ਉਹ ਹਿੰਦੁਸਤਾਨ ਨੂੰ ਟੁਕੜਿਆਂ 'ਚ ਨੈਸ਼ਨ ਮੰਨਦਾ ਹੈ। ਉਹ ਜੰਮੂ ਕਸ਼ਮੀਰ ਨੂੰ ਹਿੰਦੁਸਤਾਨ ਦਾ ਅੰਗ ਨਹੀਂ ਮੰਨਦਾ। ਜਦੋਂ ਇਸ ਤਰ੍ਹਾਂ ਦੀ ਸਿਚੁਏਸ਼ਨ ਕ੍ਰੀਏਟ ਹੋਵੇ, ਜਦੋਂ ਲੁਧਿਆਣਾ 'ਚ ਬਲਾਸਟ ਹੋਵੇ ਔਰ ਬਲਾਸਟ ਤੋਂ ਬਾਅਦ ਪੀਪੀਸੀ ਪ੍ਰੈਜ਼ੀਡੈਂਟ ਔਰ ਚੀਫ ਮਿਨਿਸਟਰ ਪਾਕਿਸਤਾਨ ਵੱਲ ਇਸ਼ਾਰਾ ਕਰਨ ਦੀ ਬਜਾਏ ਔਰ ਤੇ ਪੋਲੀਟੀਕਲ ਰੰਗ ਖੇਲਣ, ਉਦੋਂ ਡਰ ਲੱਗਦਾ। ਬੀਜੇਪੀ ਮੁਹੰਮਦ ਮੁਸਤਫਾ ਨੂੰ ਇੰਨਾ ਸੀਰੀਅਸਲੀ ਲੈਂਦੀ ਹੈ? ਦੇਸ਼ ਦੇ ਖਿਲਾਫ ਉੱਠਣ ਵਾਲੀ ਹਰ ਆਵਾਜ਼ ਨੂੰ ਅਸੀਂ ਸੀਰੀਅਸਲੀ ਲੈਂਦੇ। ਮੁਹੰਮਦ ਮੁਸਤਫਾ ਕਹਿੰਦੇ ਨੇ ਕਿ ਕੈਪਟਨ ਅਮਰਿੰਦਰ ਸਿੰਘ ਬਹੁਤ ਕਰਪਟ ਲੀਡਰ ਹੈ। ਕੈਪਟਨ ਅਮਰਿੰਦਰ ਸਿੰਘ ਅਕਾਲੀਆਂ ਦੇ ਨਾਲ ਮਿਲੇ ਹੋਏ ਆ। ਕੈਪਟਨ ਅਮਰਿੰਦਰ ਸਿੰਘ ਜਾਣਦੇ ਸੀਗੇ ਕਿ ਪੰਜਾਬ 'ਚ ਮਾਫੀਆ ਕੰਮ ਕਰ ਰਿਹਾ, ਫਿਰ ਵੀ ਕਾਰਵਾਈ ਨਹੀਂ ਕੀਤੀ। ਫਿਰ ਬੀਜੇਪੀ ਉਹ ਸੀਰੀਅਸਲੀ ਕਿਉਂ ਨਹੀਂ ਲੈਂਦੀ? ਮੁਸਤਫਾ ਕਿਹੜੀ ਪੋਸਟ ਤੇ ਸਨ? ਡੀਜੀਪੀ ਐਡੀਸ਼ਨਲ। ਤੇ ਉਹਨਾਂ ਨੇ ਕੀ ਕੀਤਾ? ਉਹ ਕਿਸੇ ਵੱਲ ਉਂਗਲ ਜੋ ਕਰ ਰਹੇ, ਪਹਿਲੇ ਇਹ ਦੱਸਣ ਨਾ ਕਿ ਐਜ਼ ਅ ਟੈਨਿਓਰ ਆਫ ਡੀਜੀਪੀ ਮੈਂ 50 ਬੰਦੇ ਟੰਗੇ, ਮੈਂ 200 ਕੇਸ ਕੀਤੇ। ਉਹ ਕਹਿੰਦੇ ਮੈਨੂੰ ਤੇ ਖੁੱਡੇ ਲੈਣ ਲਾ ਕੇ ਰੱਖਿਆ। ਇਹਦਾ ਮਤਲਬ ਹੈ ਕਿ ਉਹ ਆਪਣਾ ਡਿਊਟੀ, ਆਪਣਾ ਕਿਰਦਾਰ ਦੱਸਣ ਦੀ ਬਜਾਏ ਉਂਗਲ ਸਾਹਮਣੇ ਵੱਲ ਕਰ ਰਹੇ। ਆਪਣਾ ਤੇ ਕਿਰਦਾਰ ਦੱਸਣ ਕਿ ਤੁਸੀਂ ਰਹੇ ਪੰਜਾਬ ਦੇ ਡੀਜੀਪੀ ਬਣਨ ਦਾ ਸਿੱਧਾ ਨਹੀਂ ਕੋਈ ਡੀਜੀਪੀ ਬੰਦਾ, ਚਲੋ ਐਸਪੀ ਤੋਂ ਲਾ ਕੇ ਡੀਜੀਪੀ ਤੱਕ ਆਏ ਹੋ ਤੇ ਜਵਾਬ ਦੇਣਾ ਪਏਗਾ। ਜੇ ਜਵਾਬ ਲੈਣਾ ਹੈ ਤੇ ਪਹਿਲੇ ਖੜੇ ਹੋ ਕੇ ਕਹਿੰਦੇ ਕਿ ਮੈਂ ਪੰਜਾਬ ਵਾਸਤੇ ਇਹ ਕੀਤਾ, ਇਹ ਮੈਂ ਕਰਕੇ ਆਇਆ ਔਰ ਮੈਨੂੰ ਇਸ ਥਾਂ ਤੇ ਕਿਸੇ ਨੇ ਰੋਕਿਆ, ਜਦ ਕਿ ਆਪਣੀ ਡਿਊਟੀ ਪੂਰੀ ਕੀਤੀ ਨਹੀਂ। ਜੋ ਬਿਆਨ ਦਿੱਤਾ ਹੈ ਉਹ ਬਿਆਨ ਉਹਨਾਂ ਦੀ ਜ਼ਿੰਦਗੀ ਦੇ ਅੰਦਰ ਉਹਨਾਂ ਨੇ ਕੀ ਕੀਤਾ। ਮੈਂ ਇਹੀ ਤੇ ਕਹਿ ਰਿਹਾ ਵੀ ਤੁਸੀਂ ਬੀਜੇਪੀ ਮੁਹੰਮਦ ਮੁਸਤਫਾ ਦੇ ਇੱਕ ਬਿਆਨ ਨੂੰ ਸੀਰੀਅਸਲੀ ਲੈਂਦੀ ਹੈ, ਦੂਜੇ ਨੂੰ ਲੈਂਦੀ ਨਹੀਂ। ਇੱਕ ਅੰਗਰੇਜ਼ੀ ਦੀ ਫਿਲਮ ਸੀ 50 ਸ਼ੇਡਸ ਆਫ ਗ੍ਰੇ, ਇੱਕੋ ਰੰਗ ਦੇ 50 ਸ਼ੇਡਸ। ਬੀਜੇਪੀ ਦਾ ਸਟੈਂਡ ਇਸ ਤਰ੍ਹਾਂ ਦੇ ਨਾਲ ਲੱਗਦਾ ਵੀ ਇੱਕ ਰੰਗ ਹੋਰ ਹੈ, ਇੱਕ ਹੋਰ ਹੈ, ਇੱਕ ਹੋਰ ਹੈ, ਥੋੜਾ ਫਰਕ ਹੈ। ਐਸਾ ਹੈ ਕਿ ਤੁਸੀਂ, ਮੈਂ ਤੁਹਾਨੂੰ ਪਹਿਲੇ ਕਿਹਾ ਕਿ ਮੁਹੰਮਦ ਮੁਸਤਫਾ ਦੀ ਗੱਲ ਨੂੰ ਬਹੁਤ ਅੱਛਾ ਮੰਨਦਾ ਜੇ ਉਹਦਾ ਕਿਰਦਾਰ ਬੋਲਦਾ। ਛੱਜ ਤੇ ਬੋਲੇ, ਛਾਨੀ ਕੀ ਬੋਲੇ। ਜਿਹੜੀ ਛਾਨੀ 'ਚ ਪਹਿਲੇ ਹੀ ਛੇਕ, ਆਪਣਾ ਤੇ ਕਿਰਦਾਰ ਨਹੀਂ ਬੋਲ ਪਾ ਰਹੇ ਤੇ ਆਰੋਪ ਤੇ ਜਿਹੜੇ ਤੇ ਮਰਜ਼ੀ ਲਾ ਦਿਓ। ਮੈਂ ਤੇ ਡਿਊਟੀ ਰਿਪੋਰਟ ਕਹਿ ਰਿਹਾ, ਮੈਂ ਰਿਪੋਰਟ ਨਹੀਂ ਕਹਿ ਰਿਹਾ, ਆਰੋਪ ਨਹੀਂ ਕਹਿ ਰਿਹਾ। ਮੈਂ ਨਹੀਂ ਕਿ ਡੀਜੀਪੀ ਸਾਹਿਬ ਤੁਸੀਂ ਤੁਹਾਡੇ ਤੇ ਮੈਂ ਆਰੋਪ ਲਗਾਉਣਾ, ਮੈਂ ਕਹਿੰਦਾ ਆਪਣੀ ਡਿਊਟੀ ਸ਼ੀਟ ਬੋਲਣਾ ਕਿ ਮਾਈ ਡਿਊਟੀ ਸ਼ੀਟ, ਮਾਈ ਡਿਊਟੀ ਆਫ 28 years I have done that for the state। ਉਹ ਤੇ ਹੈ ਨਹੀਂ। ਤੁਸੀਂ ਮੈਨੀਫੈਸਟੋ ਜਾਰੀ ਕਰਦੇ ਇੱਕ ਹੋਰ ਬੜੀ ਇੰਟਰਸਟਿੰਗ ਗੱਲ ਕਹੀ। ਉਹ ਗੱਲ ਕਹੀ ਕਿ ਡਬਲ ਇੰਜਨ ਦੀ ਸਰਕਾਰ ਹੋਵੇ ਤੇ ਬਿਹਤਰ ਕੰਮ ਹੋ ਸਕਦਾ। ਡਬਲ ਇੰਜਨ ਦੀ ਸਰਕਾਰ ਸ਼ਬਦ ਨੂੰ ਕੀ ਮੰਨਿਆ ਜਾਏ ਕਿ ਜੇ ਪੰਜਾਬ ਦੇ ਵਿੱਚ ਬੀਜੇਪੀ ਦੀ ਸਰਕਾਰ ਨਹੀਂ ਆਂਦੀ ਤੇ ਸੈਂਟਰ ਉਦੋਂ ਬ੍ਰੇਕਾਂ ਲਾ ਦੇਗਾ? ਇਹਨੂੰ ਕੀ ਇਨਡਾਇਰੈਕਟ ਥ੍ਰੈਟ ਮੰਨਿਆ ਜਾਏ ਕਿ ਜੇ ਡਬਲ ਇੰਜਨ ਦੀ ਸਰਕਾਰ ਨਹੀਂ ਬਣੀ ਤੇ ਫਿਰ ਉਧਰੋਂ ਸੈਂਟਰ 'ਚੋਂ ਚੂੜੀਆਂ ਟਾਈਟ ਕਰ ਦੋਗੇ, ਪੰਜਾਬ ਨੂੰ ਕੁਝ ਨਹੀਂ ਮਿਲੇਗਾ। ਜੇ ਬੀਜੇਪੀ ਦੀ ਸਰਕਾਰ ਬਣੀ ਤੇ ਫਿਰ ਰਾਬਤਾ ਚੱਲਦਾ ਰਹੂ। ਅਸੀਂ ਪੈਸਾ ਭੇਜ ਰਹੇ ਹਾਂ 5 ਲੱਖ ਰੁਪਏ ਦੀ ਮੈਡੀਕਲ ਇੰਸ਼ੋਰੈਂਸ, ਸਟੇਟ ਨੂੰ ਲਾਗੂ ਨਹੀਂ ਕਰ ਰਿਹਾ, ਆਪਣਾ ਹਿੱਸਾ ਨਹੀਂ ਪਾ ਰਿਹਾ। ਪੰਜਾਬ ਦੇ ਲੋਕਾਂ ਨੂੰ ਮੈਡੀਕਲ ਇੰਸ਼ੋਰੈਂਸ ਨਹੀਂ ਮਿਲ ਰਿਹਾ। ਪੰਜਾਬ ਦੇ ਲੋਕ, ਜਿਹੜੀ ਮੋਦੀ ਸਾਹਿਬ ਦੀ ਸਕੀਮ ਹੈ, ਥੱਲੇ ਤੱਕ ਲਾਗੂ ਨਹੀਂ ਹੋ ਰਹੀ। ਅਸੀਂ ਕਹਿ ਰਹੇ ਹਾਂ ਪ੍ਰਧਾਨ ਮੰਤਰੀ ਆਵਾਸ ਯੋਜਨਾ, ਹਰ ਵਿਅਕਤੀ ਨੂੰ ਮਕਾਨ ਦੇਣਾ ਹੈ, ਸਟੇਟ ਗਵਰਨਮੈਂਟ ਨੂੰ ਲਾਗੂ ਨਹੀਂ ਕਰ ਰਹੀ। ਅਸੀਂ ਕਹਿ ਰਹੇ ਹਾਂ ਪੋਸਟ ਮੈਟ੍ਰਿਕ ਸਕੋਲਰਸ਼ਿਪ 'ਚ ਬੱਚਿਆਂ ਦੇ ਪੈਸੇ ਦਿਓ, ਸਰਕਾਰ ਔਰ ਸਾਡਾ ਸ਼ੇਅਰ ਹੈ, ਸਟੇਟ ਗਵਰਨਮੈਂਟ ਔਰ ਸੈਂਟਰ ਗਵਰਨਮੈਂਟ ਦਾ ਸ਼ੇਅਰ ਹੈ। ਡਬਲ ਇੰਜਨ 'ਚ ਸਟੇਟ ਔਰ ਸੈਂਟਰ ਦੇ ਡਿਸੀਜਨ ਜਦੋਂ ਲੈਂਦੇ ਨੇ, ਉਦੋਂ ਦੋਨਾਂ ਦੇ ਉੱਤੇ ਵਿਸ਼ਵਾਸ ਹੁੰਦਾ। ਮੈਂ ਤੁਹਾਡੇ ਅੱਗੇ 10 ਉਦਾਹਰਨਾਂ ਦੇ ਸਕਦਾ ਜਿਹੜੀਆਂ ਸੈਂਟਰ ਦੀਆਂ ਸਕੀਮਾਂ ਨੇ ਉਹ ਪੰਜਾਬ 'ਚ ਲਾਗੂ ਨਹੀਂ ਹੋਈਆਂ। ਜਦੋਂ ਡਬਲ ਇੰਜਨ ਦੀ ਸਰਕਾਰ ਹੋਏਗੀ, ਜਦੋਂ ਇੱਕ ਵਿਚਾਰ ਦੇ ਲੋਕ ਹੋਣਗੇ ਜਿਨ੍ਹਾਂ ਨੂੰ ਲੱਗੇਗਾ ਗਰੀਬ ਦੇ ਜੀਵਨ 'ਚ ਪਰਿਵਰਤਨ ਲਿਆਉਣਾ, ਗਰੀਬ ਦੀ ਜ਼ਿੰਦਗੀ ਨੂੰ ਉੱਪਰ ਚੁੱਕਣਾ ਹੈ, ਜਦੋਂ ਉਹਨਾਂ ਦੇ ਦਿਮਾਗ 'ਚ ਹੋਏਗਾ ਕਿ 1 ਕਰੋੜ 42 ਲੱਖ ਲੋਕਾਂ ਦੇ ਘਰ ਗੈਸ ਪਹੁੰਚਿਆ ਕਿ ਨਹੀਂ ਪਹੁੰਚਿਆ, 1 ਕਰੋੜ ਪੰਜਾਬ ਦੇ 42 ਲੱਖ ਲੋਕ, 1 ਕਰੋੜ 42 ਲੱਖ ਲੋਕਾਂ ਦੇ ਘਰ ਰਾਸ਼ਨ ਪਹੁੰਚਿਆ ਕਿ ਨਹੀਂ ਪਹੁੰਚਿਆ। ਇਹ ਤੇ ਨਹੀਂ ਹੋਏਗਾ ਕਿ ਕੇਂਦਰ ਦੇ ਵਜ਼ੀਰ ਨੂੰ ਟਵੀਟ ਕਰਨਾ ਪਏਗਾ ਕਿ ਅਜੇ ਤੱਕ 4% ਰਾਸ਼ਨ ਪੰਜਾਬ 'ਚ ਵੰਡਿਆ ਗਿਆ। ਇਹਦਾ ਮਤਲਬ ਹੈ ਸਿੰਗਲ ਇੰਜਨ ਗਵਰਨਮੈਂਟ ਔਰ ਉਹਦਾ ਮਤਲਬ ਹੈ ਡਬਲ ਇੰਜਨ ਗਵਰਨਮੈਂਟ। ਇਹ ਬੜੀ ਇੰਟਰਸਟਿੰਗ ਚੀਜ਼ ਹੈ
ਜਦੋਂ ਕਰੋਨਾ ਦੇ ਦੌਰਾਨ ਕੈਪਟਨ ਅਮਰਿੰਦਰ ਸਿੰਘ ਇੱਥੇ ਰਾਸ਼ਨ ਵੰਡ ਰਹੇ ਸੀ ਜਾਂ ਦਵਾਈਆਂ ਵੰਡ ਰਹੇ ਸੀ, ਬੀਜੇਪੀ ਦੇ ਲੀਡਰ ਪ੍ਰੋਟੈਸਟ ਕਰਦੇ ਸੀ, ਤੁਸੀਂ ਵੀ ਕਰਦੇ ਸੀਗੇ। ਸੈਂਟਰ ਦੇ ਮਿਨਿਸਟਰ ਕਹਿੰਦੇ ਸੀ ਅਸੀਂ ਇੰਨਾ ਰਾਸ਼ਨ ਭੇਜਿਆ ਔਰ ਪੰਜਾਬ 'ਚ ਵੰਡਿਆ ਨਹੀਂ ਗਿਆ। ਫਿਰ ਉਸ ਸਮੇਂ ਇਹੀ ਕਨਫਲਿਕਟ ਸੀਗਾ ਕਿ ਤੁਸੀਂ ਮਦਦ ਦਿੰਦੇ ਸੀ, ਕੈਪਟਨ ਅੱਗੇ ਨਹੀਂ ਪਹੁੰਚਾਉਂਦੇ ਸੀ, ਜਾਂ ਕੈਪਟਨ ਤੁਹਾਡੇ ਕੋਲ ਮਦਦ ਮੰਗਦੇ ਹੀ ਨਹੀਂ ਸੀ, ਉਹਦੇ ਕਰਕੇ ਸਟੇਟ ਰੁਲ ਗਈ? ਐਸਾ ਹੈ ਕਿ ਅਸੀਂ ਕੈਪਟਨ ਨੂੰ ਕੱਲਾ ਗਿਣ ਰਹੇ ਹਾਂ, ਮੈਂ ਕਾਂਗਰਸ ਸਰਕਾਰ ਗਿਣ ਰਿਹਾ। ਉਹੀ ਆਸ਼ੂ ਉਸਲੇ ਫੂਡ ਐਂਡ ਸਪਲਾਈ ਮਿਨਿਸਟਰ ਸੀ ਜਿਨ੍ਹਾਂ ਮੇਰਾ ਰਿਪਲਾਈ ਦਿੱਤਾ ਸੀ, ਤੁਹਾਡੇ ਅਖਬਾਰ ਨੇ ਵੀ ਲਾਇਆ ਸੀ। ਅੱਜ ਵੀ ਉਹ ਫੂਡ ਐਂਡ ਸਪਲਾਈ ਮਿਨਿਸਟਰ ਹੈ, ਜਿਹਦੇ ਕੋਲ ਪ੍ਰਬੰਧ ਨਹੀਂ ਹੋ ਪਾਇਆ ਕਿਉਂਕਿ ਮਿਨਿਸਟਰੀ ਕੈਬਨਿਟ ਕਿਸ ਪਾਰਟੀ ਦੀ ਹੈ ਉਹਨੇ ਨਿਰਣੇ ਲਿਆ। ਜ਼ਿਆਦਾ ਜ਼ਿੰਮੇਵਾਰ ਕੌਣ ਹੁੰਦਾ, ਸੀਐਮ ਕਿ ਕੈਬਨਿਟ ਮਿਨਿਸਟਰ? ਕੈਬਨਿਟ। ਦ ਨਿਰਣੇ ਆਫ ਦਾ ਕੈਬਨਿਟ ਇਜ਼ ਦ ਡਿਸੀਜਨ ਆਫ ਦਾ ਗਵਰਨਮੈਂਟ। ਜੇ ਡਿਸੀਜਨ ਆਫ ਦਾ ਹੈਡ ਆਫ ਗਵਰਨਮੈਂਟ ਦ ਕੈਬਨਿਟ ਇਜ਼ ਸੀਐਮ? No, CM is the one of the cabinet colleague of the government. ਕੈਬਨਿਟ ਦਾ ਫੈਸਲਾ ਹੁੰਦਾ। ਸਰ ਤੁਸੀਂ ਸੋਚੋ ਜਿਸ ਸਰਕਾਰ ਦੇ ਵਿੱਚ ਅੱਜ ਆ ਕੇ ਸਿੱਧੂ ਸਾਹਿਬ ਕਹਿ ਰਹੇ ਬਿਜਲੀ ਰਿਫਾਰਮਸ ਲਿਆਵਾਂਗਾ, ਜਦੋਂ ਸਰਕਾਰ ਦੇ ਵਿੱਚ ਮੰਤਰੀ ਸਨ ਕਿਉਂ ਨਹੀਂ ਕੀਤਾ ਕੰਮ? 2.5 ਸਾਲ ਗੱਡੀਆਂ ਖਲੋਤੀਆਂ ਰਹੀਆਂ, ਕੋਠੀਆਂ 'ਚ ਐਸ਼ਾ ਹੁੰਦੀ ਰਹੀਆਂ, OSD ਚੱਲਦੇ ਰਹੇ। ਦੇਖੋ ਜਵਾਬ ਕੁਐਸਚਨ ਕਰਨਾ ਬੜਾ ਆਸਾਨ ਹੈ, ਪੰਜਾਬ ਮਾਡਲ ਪੰਜਾਬ ਮਾਡਲ। ਅਸੀਂ ਅੱਜ ਪੇਸ਼ ਕੀਤਾ ਸੀ, ਦੱਸਿਆ ਕਿ 1 ਲੱਖ ਕਰੋੜ ਰੁਪਏ ਕਿੱਥੋਂ ਲਿਆਵਾਂਗੇ, ਉਹ ਦੱਸਣ 4 ਲੱਖ ਕਰੋੜ ਰੁਪਏ ਕਿੱਥੋਂ ਲਿਆਣਗੇ। ਜੇ ਸਿੱਧੂ ਸਾਹਿਬ ਦਾ ਪੰਜਾਬ ਮਾਡਲ ਲਾਗੂ ਕਰਨਾ ਹੋਵੇ ਤੇ 22,000 ਕਰੋੜ ਰੁਪਇਆ ਮੰਥਲੀ ਚਾਹੀਦਾ, ਅੰਦਾਜ਼ਾ 4,80,000 ਕਰੋੜ ਤੋਂ ਜ਼ਿਆਦਾ। ਤੇ ਜੇ ਸੁਖਬੀਰ ਜੀ ਦਾ ਕਰਨਾ ਹੋਵੇ ਤਾਂ 25,000 ਕਰੋੜ ਰੁਪਇਆ ਪਰ ਮੰਥ ਚਾਹੀਦਾ, ਅੰਦਾਜ਼ਾ 6 ਲੱਖ ਕਰੋੜ ਰੁਪਏ। ਤੇ ਜੇ ਕੇਜਰੀਵਾਲ ਸਾਹਿਬ ਦਾ ਕਰਨਾ ਹੋਵੇ ਨਾ ਪੰਜਾਬ ਮਾਡਲ ਤੇ 30,000 ਕਰੋੜ ਰੁਪਇਆ ਚਾਹੀਦਾ। ਮੈਨੂੰ ਕੁਐਸਚਨ ਪੁੱਛਿਆ, ਮੈਂ ਤੁਹਾਨੂੰ ਜਵਾਬ ਦਿੱਤਾ ਕਿ 1 ਲੱਖ ਕਰੋੜ ਰੁਪਇਆ ਅਸੀਂ ਇਸ ਮੱਧ ਚੋਂ ਇਸ ਤਰ੍ਹਾਂ ਪੰਜਾਬ ਦੇ ਵਿਕਾਸ ਵਾਸਤੇ ਲਾਵਾਂਗੇ। ਉਹਨਾਂ ਨੂੰ ਪੁੱਛੋ 4 ਲੱਖ ਕਰੋੜ ਕਿੱਥੋਂ ਲਿਆਂਗੇ, 6 ਲੱਖ ਕਰੋੜ ਕਿੱਥੋਂ ਲਿਆਂਗੇ, ਪੁੱਛਿਆ ਜੇ? ਇੰਡਸਟਰੀ ਨੂੰ ਲੈ ਕੇ ਬਹੁਤ ਸਾਰੀਆਂ ਅਨਾਉਂਸਮੈਂਟ ਹੈਗੀਆਂ ਨੇ। ਪੰਜਾਬ ਦੀ ਇੰਡਸਟਰੀ ਜਿਸ ਸਮੇਂ ਕਰੋਨਾ ਸੀਗਾ ਉਸ ਸਮੇਂ ਵੀ ਬਹੁਤ ਨੁਕਸਾਨ ਹੋਇਆ ਇੰਡਸਟਰੀ ਨੂੰ। ਪੰਜਾਬ ਦੀ ਇੰਡਸਟਰੀ ਦੂਸਰੀਆਂ ਸਟੇਟ ਦੇ ਵਿੱਚ ਸ਼ਿਫਟ ਹੁੰਦੀ ਗਈ। ਪ੍ਰਧਾਨ ਮੰਤਰੀ ਮੋਦੀ ਨੇ ਕਈ ਸਟੇਟਸ ਨੂੰ ਇਕਨੋਮਿਕਲ ਪੈਕੇਜ ਦਿੱਤੇ। ਹਿਮਾਚਲ ਨੂੰ ਮਿਲਿਆ, ਤੁਹਾਡੇ ਗੁਆਂਢ ਦੇ ਵਿੱਚ ਉੱਤਰ ਪ੍ਰਦੇਸ਼ 'ਚ ਵੀ ਅਨਾਉਂਸ ਕੀਤਾ ਸੀਗਾ, ਹਾਲਾਂਕਿ 20 ਲੱਖ ਕਰੋੜ ਦਾ ਸੀ, ਮਿਲੇ ਕਿੰਨੇ ਉਹ ਆંકੜੇ ਦੀ ਗੱਲ ਹੈਗੀ ਹੈ। ਪੰਜਾਬ ਨੂੰ ਨਹੀਂ ਮਿਲ ਪਾਇਆ। ਬੀਜੇਪੀ ਕੀ ਇਨਸ਼ੋਰ ਕਰਦੀ ਹੈ ਕੱਲ ਨੂੰ ਜੇ ਤੁਹਾਡੀ ਸਰਕਾਰ ਆ ਜਾਂਦੀ ਹੈ, ਪੰਜਾਬ ਦੇ ਵਿੱਚ ਪੋਸੀਬਿਲਿਟੀ ਹੈਗੀ ਹੈ ਕਿ ਜਿਹੜਾ ਇੰਨੀ ਦੇਰ ਤੋਂ ਪੰਜਾਬ ਦੇ ਨਾਲ ਜਿਹਨੂੰ ਵਿਤਕਰਾ ਕਿਹਾ ਜਾਂਦਾ ਸੀਗਾ ਪੋਲੀਟੀਕਲ ਹਲਕਿਆਂ ਦੇ ਵਿੱਚ, ਉਹ ਬੰਦ ਹੋ ਜੂ? ਐਸਾ ਥੋੜਾ ਜਿਹਾ ਤੁਹਾਨੂੰ ਆਪਣਾ ਅਕਾਊਂਟਸ ਠੀਕ ਕਰਨਾ ਪਏਗਾ ਔਰ ਥੋੜਾ ਜਿਹਾ ਹਿਸਟਰੀ 'ਚ ਵੀ ਧਿਆਨ ਦੇਣਾ ਪਏਗਾ। ਐਸਾ ਕਿ ਅਸੀਂ ਕੋਈ ਪੈਕੇਜ ਕਿਸੇ ਸਟੇਟ ਨੂੰ 26 ਮਈ 2014 ਦੀ ਸਰਕਾਰ ਆਉਣ ਤੋਂ ਬਾਅਦ ਅਸੀਂ ਨਹੀਂ ਦਿੱਤਾ। ਅਸੀਂ 26 ਮਈ 2014 'ਚ ਸਰਕਾਰ 'ਚ ਆਏ, ਕਿਸੇ ਸਟੇਟ ਨੂੰ ਸਪੈਸ਼ਲ ਪੈਕੇਜ ਨਹੀਂ ਦਿੱਤਾ। ਮੈਂ ਰਿਪੀਟ ਕਰ ਰਿਹਾ, ਇਸ ਚੈਨਲ ਤੇ ਨੋਟ ਕਰੋ, ਕਿਸੇ ਸਟੇਟ ਨੂੰ ਅਸੀਂ ਸਪੈਸ਼ਲ ਪੈਕੇਜ ਨਹੀਂ ਦਿੱਤਾ। ਤੁਸੀਂ ਕਿਹਾ, ਮੈਂ ਔਨ ਰਿਕਾਰਡ ਕਹਿ ਰਿਹਾ ਕਿਸੇ ਸਟੇਟ ਨੂੰ ਸਪੈਸ਼ਲ ਪੈਕੇਜ, ਇਕਨੋਮਿਕਲ ਪੈਕੇਜ ਨਹੀਂ ਮਿਲਿਆ। ਮੈਂ ਇਹ ਕਹਿੰਦਾ ਜਦੋਂ ਪ੍ਰਕਾਸ਼ ਸਿੰਘ ਬਾਦਲ ਸੀਐਮ ਸੀਗੇ, ਤੁਸੀਂ ਉਸ ਸਰਕਾਰ ਦਾ ਹਿੱਸਾ ਸੀਗੇ, ਉਸ ਸਮੇਂ ਅਰੁਣ ਜੇਟਲੀ ਦੇਸ਼ ਦੇ ਖਜ਼ਾਨਾ ਮੰਤਰੀ ਸੀਗੇ। ਪ੍ਰਕਾਸ਼ ਸਿੰਘ ਬਾਦਲ ਹੁਣਾਂ ਨੇ ਮੰਗ ਕੀਤੀ ਸੀ ਕਿ ਪੰਜਾਬ ਨੂੰ ਸਪੈਸ਼ਲ ਇਕਨੋਮਿਕਲ ਪੈਕੇਜ ਦਿੱਤਾ ਜਾਏ। ਅਰੁਣ ਜੇਟਲੀ ਹੁਣਾਂ ਨੇ ਦਾ ਇਹ ਜਵਾਬ ਆਇਆ ਸੀਗਾ ਚਿੱਠੀ ਦੇ ਜ਼ਰੀਏ ਕਿ ਆਪਣੇ ਰਿਸੋਰਸਿਸ ਆਪ ਪੈਦਾ ਕਰੋ। ਤੇ ਮੈਂ ਤੁਹਾਨੂੰ ਕਿਹਾ ਸੀ ਕਿਸੇ ਨੂੰ ਨਹੀਂ ਦਿੱਤਾ। ਅਸੀਂ ਪੰਜਾਬ ਨੂੰ ਨਹੀਂ ਦਿੱਤਾ ਤੇ ਹਿਮਾਚਲ ਨੂੰ ਨਹੀਂ ਦਿੱਤਾ, ਅਸੀਂ ਹਰਿਆਣਾ ਨੂੰ ਨਹੀਂ ਦਿੱਤਾ ਤੇ ਮੱਧ ਪ੍ਰਦੇਸ਼ ਨੂੰ ਨਹੀਂ ਦਿੱਤਾ। ਇਹੋ ਤਾਂ ਮੈਂ ਤੁਹਾਨੂੰ ਪਹਿਲੇ ਕਿਹਾ। ਐਸਾ ਹੈ ਕਿ ਸਾਡੀ ਸਰਕਾਰ ਦੀ ਬੜੀ ਸਪਸ਼ਟ ਸੋਚ ਹੈ। ਅਸੀਂ ਸਾਰੇ ਕੰਟਰੀ ਨੂੰ ਵਨ ਲਾਈਨ 'ਚ ਗਿਣਦੇ ਹਾਂ। ਇਹ ਨਹੀਂ, ਉਹ ਤਾਂ ਬੀਜੇਪੀ ਰੂਲ ਕਰ ਰਹੀ ਹੈ ਤੇ ਸਾਡੀ ਪਲੈਨਿੰਗ ਹੋ ਰਿਹਾ, ਇੱਥੇ ਕਾਂਗਰਸ ਰੂਲ ਕਰ ਰਹੀ ਹੈ ਤੇ ਸਾਡੀ ਪਲੈਨਿੰਗ ਹੋ ਰਿਹਾ। ਐਸਾ ਹੈ ਕਿ ਅਸੀਂ ਹਿੰਦੁਸਤਾਨ ਵਾਸਤੇ GDP ਦਾ 11%, 10.89% ਅਸੀਂ ਦੇਸ਼ ਵਾਸਤੇ ਆਤਮ ਨਿਰਭਰ ਭਾਰਤ ਪੈਕੇਜ ਲਿਆਂਦਾ। ਉਸ ਆਤਮ ਨਿਰਭਰ ਭਾਰਤ ਪੈਕੇਜ ਦੇ ਅੰਦਰ ਦੇਸ਼ ਦੀ GDP ਵਰਲਡ ਦਾ ਸਭ ਤੋਂ ਵੱਡਾ ਪੈਕੇਜ, ਜਿਹਦੇ ਅੰਦਰ ਅਸੀਂ ਅਲੱਗ-ਅਲੱਗ ਸੈਕਟਰਸ ਨੂੰ, not states, sectors, farming sector, industrial sector, small scale industry, even ਰੇੜੀ ਲਾਉਣ ਵਾਲੇ ਤੋਂ ਲੈ ਕੇ ਮਿਲ ਚਲਾਉਣ ਵਾਲੇ ਤੱਕ, ਚਪੜਾਸੀ ਦੀ ਨੌਕਰੀ ਕਰਨ ਵਾਲੇ ਤੋਂ ਲੈ ਕੇ ਹਾਈਐਸਟ ਜੌਬ ਕਰਨ ਵਾਲੇ ਤੱਕ, ਹਰ ਇੱਕ ਦੀ ਚਿੰਤਾ ਕਰਦੇ ਹੋਏ, ਰੋਜ਼ਗਾਰ ਕਰਨ ਵਾਲੇ ਤੋਂ ਸਾਈਕਲ ਚਲਾਉਣ ਵਾਲੇ ਤੱਕ, ਜਹਾਜ਼ ਚਲਾਉਣ ਵਾਲੇ ਤੋਂ ਲੈ ਕੇ ਹਵਾਈ ਚੱਪਲ ਵਾਲੇ ਤੱਕ, ਹਵਾਈ ਜਹਾਜ਼ ਤੋਂ ਹਵਾਈ ਚੱਪਲ ਵਾਲੇ ਤੱਕ, ਸਭ ਦੀ ਉਹਦੇ 'ਚ ਚਿੰਤਾ ਕੀਤੀ। ਤਾਂ ਹੀ ਹਿੰਦੁਸਤਾਨ ਦੀ ਐਨੇ ਇੰਟਰਨੈਸ਼ਨਲ ਕ੍ਰਾਈਸਿਸ ਹੈ, ਮਹਾਮਾਰੀ ਪੂਰੇ ਵਰਲਡ 'ਚ ਫੈਲੀ ਹੋਈ ਹੈ। ਉਸ ਮਹਾਮਾਰੀ ਦੇ ਅੰਦਰ ਵੀ ਸਾਡੇ ਦੇਸ਼ ਦਾ ਬਜਟ, ਭਾਟੀਆ ਸਾਹਿਬ, ਅੱਜ ਵੀ ਸਾਡੀ GDP 9.8% ਹੈ, ਜਿਹੜੀ ਕਿ ਵਿਕਾਸ ਦਰ ਦੀ ਪੁਰਾਣੀ ਰੇਸ਼ੋ ਤੋਂ ਵੀ ਅੱਗੇ ਹੈ।
ਇਸ ਲੈਵਲ ਤੱਕ ਨੇਸ਼ਨ ਨੂੰ ਲੈ ਕੇ ਜਾਣਾ। ਔਰ ਉਸ ਸਮੇਂ ਜਦੋਂ ਪੂਰਾ ਵਰਲਡ ਡਰਿਆ ਹੋਇਆ ਸੀ, ਘਬਰਾਇਆ ਹੋਇਆ ਸੀ, ਵਰਲਡ ਦੀ ਇਕਨੋਮੀ ਲਿਟਰਾਂ ਹੀ ਥੱਲੇ ਡਿੱਗ ਰਹੀ ਸੀ, ਔਰ ਉਸ ਵੇਲੇ ਪ੍ਰਾਈਮ ਮਿਨਿਸਟਰ ਨੇ ਆ ਕੇ ਖੜਾ ਕਿਹਾ ਆਤਮ ਨਿਰਭਰ ਭਾਰਤ, ਅਸੀਂ ਖੜਾ ਕਰਨਾ ਲੋਕਲ ਫॉर ਵੋਕਲ, ਔਰ ਅੱਜ ਕਰਕੇ ਦਿਖਾਤਾ। ਇਹਦੇ ਤੇ ਜੇ ਚਿੱਤਰਨ ਹੈ 25 ਸਾਲ ਦੀ ਪਲੈਨਿੰਗ ਇਸ ਬਜਟ 'ਚ ਕੀਤੀ ਹੈ। ਨੈਕਸਟ 25 ਇਅਰਸ ਦੇਸ਼ ਦੀ ਇੰਡਸਟਰੀ ਨੂੰ ਕਿੱਥੇ ਜਾਣਾ ਹੈ, ਅਗਲੇ 25 ਸਾਲਾਂ 'ਚ ਦੇਸ਼ ਦੀ ਫਾਰਮਿੰਗ ਸੈਕਟਰ ਨੂੰ ਕਿੱਥੇ ਲੈ ਕੇ ਜਾਣਾ ਹੈ, 25 ਸਾਲਾਂ 'ਚ ਸਰਵਿਸ ਸੈਕਟਰ ਵਰਲਡ ਨੂੰ ਕਿਸ ਤਰ੍ਹਾਂ ਇੰਡਸਟਰੀ ਨੂੰ ਕੋਵਿਡ ਦੇ ਦੌਰਾਨ ਇਹ ਵੀ ਬੜੀ ਸ਼ਿਕਾਇਤ ਰਹੀ, ਬੀਜੇਪੀ ਵਪਾਰੀਆਂ ਦੀ ਪਾਰਟੀ ਹੈਗੀ ਹੈ ਕਿ ਸਾਨੂੰ ਮੈਂ ਮਾਫੀ ਚਾਹੁੰਦਾ, ਬੀਜੇਪੀ ਵਪਾਰੀਆਂ ਦੀ ਪਾਰਟੀ, ਬੀਜੇਪੀ ਹਿੰਦੁਸਤਾਨ ਦੀ ਪਾਰਟੀ, ਬੀਜੇਪੀ ਦੇ ਹਿੰਦੁਸਤਾਨ ਦੀ ਸਪੋਰਟਰ ਵਪਾਰੀ ਵਰਗ ਸਰ ਜ਼ਿਆਦਾ ਮੇਰੇ ਹੈਗੇ। 70 ਕੈਂਡੀਡੇਟ ਨੇ ਕਿਸਾਨ ਪੰਜਾਬ ਦੇ ਅੰਦਰ 70। ਚਲੋ ਉਹ ਤੇ ਹੁਣ ਤੁਸੀਂ ਪਹਿਲੀ ਵਾਰੀ ਇਕੱਲੇ ਹੋ ਕੇ ਲੜ ਰਹੇ ਹੋ। ਪਹਿਲੀ ਵਾਰੀ ਲੜ ਰਹੇ ਹਾਂ ਐਸੀ 'ਚ ਤੁਸੀਂ ਇਹ ਨਾ ਕਹੋ ਅਸੀਂ ਪੰਜਾਬੀਆਂ ਦੀ ਪੰਜਾਬ 'ਚ ਪਾਰਟੀ ਦੇਸ਼ 'ਚ ਮੈਂ ਤੁਹਾਨੂੰ ਗੈਰ ਪੰਜਾਬੀ ਤੇ ਕਿਹਾ ਹੀ ਨਹੀਂ, ਮੈਂ ਵਪਾਰੀਆਂ ਪੂਰੇ ਪੰਜਾਬੀਆਂ ਦੀ supporter, ਮੈਂ ਪਾਰਟੀ। ਗੈਰ ਪੰਜਾਬੀ ਨਹੀਂ ਕਿਹਾ, ਇਹ ਫਰਕ ਹੈਗਾ ਦੋਨਾਂ ਨਹੀਂ, ਸ਼ਬਦਾਂ ਪੂਰੇ ਦੇ ਪੰਜਾਬੀਆਂ ਦੀ ਵਿੱਚ। ਪਾਰਟੀ ਹੈ। ਇੰਡਸਟਰੀ ਨੂੰ ਬੜਾ ਇਤਰਾਜ਼ ਰਿਹਾ ਕਿ ਜਿਸ ਸਮੇਂ ਲਾਕਡਾਊਨ ਲੱਗਾ ਸੀਗਾ ਸਾਨੂੰ ਉਸ ਸਮੇਂ ਵੀ ਜਿਹੜੇ ਬੈਂਕ ਦੇ ਕਰਜ਼ੇ ਸੀਗੇ ਉਹ ਮੋੜਨੇ ਪਏ, ਸਾਨੂੰ ਉਹਦਾ ਵਿਆਜ ਦੇਣਾ ਪਿਆ, ਸਾਨੂੰ ਬਿਜਲੀ ਦੇ ਫਿਕਸ ਚਾਰਜ ਲੱਗ ਗਏ। ਸਾਡੇ ਲਈ ਕੋਈ ਰਾਹਤ ਅਨਾਉਂਸ ਹੋ ਸਕਦੀ ਸੀਗੀ, ਨਹੀਂ ਕੀਤੀ। ਸਾਡੇ ਕੰਮਕਾਰ ਬੰਦ ਰਹੇ, ਇੰਪੋਰਟ ਐਕਸਪੋਰਟ ਬੰਦ ਰਹੇ, ਮਾਲ ਪਏ ਖਰਾਬ ਹੋ ਗਏ, ਪ੍ਰੋਡਕਸ਼ਨ ਖਰਾਬ ਹੋ ਗਈ, ਪਰ ਸਾਨੂੰ ਸਰਕਾਰ ਵੱਲੋਂ ਸਪੋਰਟ ਨਹੀਂ ਮਿਲੀ। ਪੰਜਾਬ ਦੀ ਇੰਡਸਟਰੀ ਦੀ ਸਿਚੁਏਸ਼ਨ ਤੁਸੀਂ ਬਹੁਤ ਸੀਨੀਅਰ ਪੋਲੀਟੀਸ਼ੀਅਨ ਹੋ, ਬਹੁਤ ਬਿਹਤਰ ਜਾਣਦੇ ਹੋ। ऐसा है कि भाटिया साहब हिंदुस्तान च एक स्टेट है कंटिन्यू में स्टेट गिनने जिन्हें अपने देश के अंदर अपनी इंडस्ट्री ਨੂੰ ਬਲੈਂਕਟ ਕਿ ਜੇ ਤੁਹਾਡੇ ਕੋਲ 1 ਕਰੋੜ ਰੁਪਏ ਦੀ ਲਿਮਿਟ ਹੈ ਤੇ 20% ਵਧਾ ਕੇ ਤੁਸੀਂ ਆਪਣਾ ਕੰਮ ਸ਼ੁਰੂ ਕਰੋ। ਬੈਂਕ ਨੇ ਤੁਹਾਨੂੰ ਉਸ ਵੇਲੇ 20% ਦੇ ਦਿੱਤੀ, ਤੁਹਾਨੂੰ ਕੋਈ ਕਾਗਜ਼ ਨਹੀਂ ਬਣਾਉਣਾ, ਜਾ ਕੇ ਬੈਂਕ 'ਚ ਸਾਈਨ ਵੀ ਨਹੀਂ ਕਰਨਾ। ਜੇ ਤੁਹਾਡੀ 50 ਕਰੋੜ ਦੀ ਲਿਮਿਟ ਹੈ ਤੇ ਸਵੇਰ ਤੋਂ 60 ਕਰੋੜ ਦੀ ਸਮਝ ਕੇ ਕੰਮ ਕਰੋ ਤਾਂ ਕਿ ਦੇਸ਼ ਖੜਾ ਹੋ ਸਕੇ। ਜਿਹੜਾ ਇੰਡਸਟਰੀਅਲ ਪੈਕੇਜ ਦਿੱਤਾ ਉਸ ਇੰਡਸਟਰੀਅਲ ਪੈਕੇਜ ਨੇ ਇੰਡਸਟਰੀ 'ਚ ਜਾਨ ਪਾਈ ਹੈ। GDP ਵਿਦਆਊਟ ਇੰਡਸਟਰੀ ਦਾ ਤੁਸੀਂ ਅੰਦਾਜ਼ਾ ਲਗਾਓ, ਵਰਲਡ ਦੇ ਸੈਂਸੈਕਸ ਡਿੱਗ ਪਏ, ਸਾਡਾ ਸੈਂਸੈਕਸ 60,000 ਪਾ ਗਿਆ। ਅਸੀਂ 60,000 ਦੇ ਸੈਂਸੈਕਸ ਵੀ ਇੰਡਸਟਰੀਅਲ ਰੇਟ ਸਾਡਾ ਕੀ ਚੱਲ ਰਿਹਾ ਇਸ ਵੇਲੇ। ਔਰ ਜਦੋਂ ਬੀਜੇਪੀ ਗਵਰਨਮੈਂਟ ਚਾਹੀ ਸੀ ਤੇ 16,000 ਪੈਕੇਜ ਸੈਂਸੈਕਸ ਸੀ, ਅੱਜ 60,000 ਹੈ। ਜਿਹਦੇ ਕੋਲ 16,000 ਸੀ ਉਹਦਾ ਅੱਜ ਪਾਕਟ 'ਚ ਪਿਆ 60,000 ਹੋ ਗਿਆ। ਚੋਕ ਸਾਹਿਬ, ਬੇਰੁਜ਼ਗਾਰੀ ਬੜਾ ਵੱਡਾ ਮੁੱਦਾ ਹੈਗਾ। ਇਸ ਦੇ ਵਿੱਚ ਇਹ ਕਿਹਾ ਗਿਆ ਕਿ ਮਹਿਲਾਵਾਂ ਦੇ ਲਈ ਵੀ 35% ਜਿਹੜੀਆਂ ਜੌਬਸ ਨੇ ਉਹ ਰਿਜ਼ਰਵ ਹੋਣਗੀਆਂ। ਮਹਿਲਾਵਾਂ ਦੀ ਪੋਲੀਟੀਕਲ ਪਾਰਟਿਸਿਪੇਸ਼ਨ ਕਿਉਂ ਨਹੀਂ ਉਹਨਾਂ ਨੂੰ ਮਿਲ ਰਹੀ? ਨੌਕਰੀਆਂ ਜੇ ਰਿਜ਼ਰਵੇਸ਼ਨ ਤੇ ਮਿਲ ਰਹੀਆਂ ਨੇ, ਤੁਸੀਂ ਇੰਨੀਆਂ ਸੀਟਾਂ ਅਨਾਉਂਸ ਕੀਤੀਆਂ, ਤੁਹਾਡੇ ਗੱਠਜੋੜ ਨੇ, ਉਸ ਦੇ ਵਿੱਚ ਵੀ ਮਹਿਲਾਵਾਂ ਨੂੰ ਟਿਕਟਾਂ ਦਿੱਤੀਆਂ, ਉਹਦੀ ਪਰਸੈਂਟੇਜ ਨਾਮਾਤਰ ਹੀ ਹੈਗੀ ਹੈ। ਮਹਿਲਾਵਾਂ ਨੂੰ ਪੋਲੀਟੀਕਲ ਪਾਰਟਿਸਿਪੇਸ਼ਨ ਕਿਉਂ ਨਹੀਂ ਦਿੰਦੇ? ਕਿਉਂਕਿ ਜੇ ਮੈਨੀਫੈਸਟੋ ਦਾ ਹਿੱਸਾ ਨੌਕਰੀਆਂ ਦੇ ਵਿੱਚ ਹੋ ਸਕਦਾ ਤੇ ਪੋਲਿਟਿਕਸ ਦੇ ਵਿੱਚ ਹਿੱਸਾ ਕਿਉਂ ਨਹੀਂ ਹੈਗਾ? ਵਿਮਨ ਰਿਜ਼ਰਵੇਸ਼ਨ ਬਿੱਲ ਹੈ ਜਿਹੜਾ ਮਹਿਲਾਵਾਂ ਨੂੰ ਪੋਲੀਟੀਕਲ ਰਿਪਰੈਜ਼ੈਂਟੇਸ਼ਨ ਦੇਣ ਦਾ, ਉਹ ਲਗਭਗ 2010 ਤੋਂ ਪੈਂਡਿੰਗ ਹੀ ਪਿਆ, ਉਹਨੂੰ ਤੁਹਾਡੀ ਸਰਕਾਰ ਨੇ ਹੱਥ ਨਹੀਂ ਲਾਇਆ। ਪੈਂਡਿੰਗ ਪਿਆ, ਲੈ ਕੇ ਕੌਣ? ਅਸੀਂ ਲੈ ਕੇ ਆਏ ਸੀ। ਔਰ ਦੂਸਰੀ ਗੱਲ ਤੁਸੀਂ ਕਹਿ ਰਹੇ ਹੋ, ਵਰਲਡ ਦੀ ਇੱਕ ਪੋਲੀਟੀਕਲ ਪਾਰਟੀ ਹੈ ਜਿਹਦਾ ਨਾਮ ਹੈ ਭਾਰਤੀ ਜਨਤਾ ਪਾਰਟੀ। ਵਰਲਡ ਦੀ ਸਭ ਤੋਂ ਵੱਡੀ ਪੋਲੀਟੀਕਲ ਪਾਰਟੀ ਹੈ ਔਰ ਉਸ ਪੋਲੀਟੀਕਲ ਪਾਰਟੀ 'ਚ ਇਨਰ ਪੋਲੀਟੀਕਲ ਸਿਸਟਮ 'ਚ ਰਿਜ਼ਰਵੇਸ਼ਨ ਹੈ, ਵੂਮਨ ਰਿਜ਼ਰਵੇਸ਼ਨ। ਕਿੰਨੇ ਪਰਸੈਂਟ? 33 ਵਿਦਿਨ ਪਾਰਟੀ। ਅਸੀਂ ਦੇਸ਼ ਦੇ ਸੰਵਿਧਾਨ ਨੂੰ ਲਾਗੂ। ਪੰਜਾਬ 'ਚ ਜਿਹੜੀਆਂ ਟਿਕਟਾਂ ਦਿੱਤੀਆਂ ਐਨਡੀਏ ਨੇ, ਉਸ ਦੇ ਵਿੱਚ ਕਿੰਨੇ ਪਰਸੈਂਟ ਰਿਜ਼ਰਵੇਸ਼ਨ ਰੱਖਿਆ ਤੁਸੀਂ ਐਸਾ ਕਿ ਮਹਿਲਾਵਾਂ ਦੇ ਲਈ? ਐਸਾ ਕਿ ਹਜੇ ਰਿਜ਼ਰਵੇਸ਼ਨ ਦਾ ਬਿੱਲ ਪਾਸ ਨਹੀਂ ਹੋਇਆ। ਜੇ ਕਿਤੇ ਹੋਇਆ ਹੁੰਦਾ ਫਿਰ ਪਲਟੀ ਮਾਰ ਗਏ। ਪਲਟੀ ਕੀ ਮਾਰੀ ਤੇ ਮੈਂ ਦੱਸੋ ਬਿੱਲ ਪਾਸ ਹੋ ਜਾਂਦਾ। ਟਿਕਟਾਂ ਤੁਸੀਂ ਅਨਾਉਂਸ ਕਰਤੇ, 9 ਦਿਨਾਂ ਨੂੰ ਇਲੈਕਸ਼ਨ ਹੈ, ਮੈਂ ਪੁੱਛ ਰਿਹਾ ਤੁਸੀਂ ਕਿੰਨੀਆਂ ਨੂੰ ਟਿਕਟਾਂ ਦਿੱਤੀਆਂ? ਤੁਸੀਂ ਕਹਿੰਦੇ ਵੀ ਹਜੇ ਬਿੱਲ ਪਾਸ ਨਹੀਂ ਹੋਇਆ। ਗੱਲ ਨੂੰ ਸਮਝੋ, ਗੁਜਰਾਤ ਦੇ ਅੰਦਰ ਅਸੀਂ ਪਹਿਲੀ ਪਾਰਟੀ ਜਿਹਨੇ 50% ਮਹਿਲਾ ਰਿਜ਼ਰਵੇਸ਼ਨ ਇਨ ਲੋਕਲ ਬੋਡੀਜ਼ ਅਸੀਂ ਲੈ ਕੇ ਆਏ। ਅੱਜ 50% ਲੋਕਲ ਬੋਡੀ ਤੇ ਪੰਜਾਬ ਦੀ ਵਿਧਾਨ ਸਭਾ 'ਚ ਵੀ ਪਾਸ ਹੋ ਚੁੱਕਿਆ ਤੇ 50% ਹਾਲ ਹੋਵੇ ਨਾ, ਅਜੇ ਆਇਆ ਨਹੀਂ ਨਾ ਬਿੱਲ, ਇਲੈਕਸ਼ਨ ਤੇ ਕਰਾ ਲਈਏ। ਉਹ ਫਿਰ ਤੁਹਾਡੇ ਸਹਿਯੋਗੀ ਕੈਪਟਨ ਅਮਰਿੰਦਰ ਸਿੰਘ ਨੇ ਕੀਤਾ ਸੀ। ਸਰ ਗੱਲ ਸੁਣੋ, ਮੈਂ ਤੁਹਾਨੂੰ ਕਹਿ ਰਿਹਾ ਅਸੀਂ 50% ਰਿਜ਼ਰਵੇਸ਼ਨ ਆਪਣੀ ਪਾਰਟੀ 'ਚ ਲੈ ਕੇ ਆਏ, ਤੁਸੀਂ ਉਹਦੀ ਸਰਾਹਨਾ ਨਹੀਂ ਕੀਤੀ। ਮੈਂ ਸਰਾਹਨਾ ਇਸ ਲਈ ਨਹੀਂ ਕੀਤੀ ਕਿਉਂਕਿ ਜਦੋਂ ਟਿਕਟਾਂ ਵੰਡੀਆਂ 'ਚ ਮੈਂ ਦੇਖਦਾ ਵੀ ਮਹਿਲਾਵਾਂ ਨੂੰ ਮੈਂ ਤੁਹਾਡੇ ਨਾਲ ਸਹਿਮਤ ਹਾਂ, ਜੇ ਰਿਜ਼ਰਵੇਸ਼ਨ ਨਹੀਂ ਮਿਲਿਆ ਤੇ ਫਿਰ ਇਸ ਲਈ ਸਵਾਲ ਹੈ ਚੁੱਕ ਸਾਹਿਬ ਤੁਹਾਨੂੰ, ਔਰ ਤੁਹਾਨੂੰ ਇਹ ਸਵਾਲ ਜਦੋਂ ਤੁਹਾਡਾ ਕੋਈ ਸੰਕਲਪ ਪੱਤਰ ਪੜੇਗਾ ਤੇ ਬਿਹਤਰ ਹੈ ਤੁਹਾਨੂੰ ਜਵਾਬ ਦੇਣਾ ਚਾਹੀਦਾ। ਇਸ ਦਾ ਸਵਾਲ ਤੁਹਾਨੂੰ ਕਿਤੇ ਨਹੀਂ ਹੋਏਗਾ। ਕੱਲ ਨੂੰ ਤੁਹਾਡੇ ਮਹਿਲਾ ਮੋਰਚਾ ਦੇ ਕੋਈ ਆਬਜੈਕਸ਼ਨ ਖੜਾ ਕਰਦੇ ਕਿ ਆ ਸਾਡੇ ਸੰਕਲਪ ਪੱਤਰ 'ਚ ਲਿਖਿਆ ਪਰ ਸਾਨੂੰ ਟਿਕਟਾਂ ਨਹੀਂ ਮਿਲਦੀਆਂ ਪਈਆਂ। ਜਦੋਂ ਰਿਜ਼ਰਵੇਸ਼ਨ ਆਏਗਾ ਉਦੋਂ ਕਮਿਟਮੈਂਟ ਆਏਗੀ। ਕਮਿਟਮੈਂਟ ਕਿਉਂ ਆਏਗੀ? ਕਿਉਂਕਿ ਜਦੋਂ ਸੀਟਾਂ ਦੇ ਫੈਸਲੇ ਕਰਾਂਗੇ ਕਿ ਦੋਨੋਂ ਪਾਰਟੀਆਂ ਤੋਂ ਮਹਿਲਾਵਾਂ ਹੋਣਗੀਆਂ, ਸਾਰੀਆਂ ਪਾਰਟੀ ਦੀ ਸੀਟ ਤੇ ਮਹਿਲਾਵਾਂ ਹੋਣਗੀਆਂ,
ਔਰ ਉਹੀ ਇੰਤਜ਼ਾਰ ਹੈ। ਔਰ ਭਾਰਤੀ ਜਨਤਾ ਪਾਰਟੀ ਔਰ ਇਸੇ ਕਮਿਟਡ ਅਸੀਂ ਉਹ ਕਰਾਵਾਂਗੇ। ਜੇ ਰਾਮ ਮੰਦਿਰ ਅਸੀਂ ਕਰਾ ਸਕਦੇ ਹਾਂ, ਜੇ ਸੀਏ ਅਸੀਂ ਲਾਗੂ ਕਰ ਸਕਦੇ ਹਾਂ, ਜੇ 370 ਅਸੀਂ ਤੋੜ ਸਕਦੇ ਹਾਂ, ਤੇ ਅਸੀਂ ਹੀ ਲਿਆਵਾਂਗੇ ਮਹਿਲਾ ਰਿਜ਼ਰਵੇਸ਼ਨ ਔਰ ਜਲਦੀ ਆਏਗਾ। ਚਰਨਜੀਤ ਚੰਨੀ ਹੁਣਾਂ ਨੇ ਇੱਕ ਬਿਆਨ ਦਿੱਤਾ, ਕਹਿੰਦੇ ਕਿ ਪੰਜਾਬ ਨਾਲ ਵਿਤਕਰਾ ਹੋ ਰਿਹਾ, ਜੀਐਸਟੀ ਦਾ ਕਰੋੜਾਂ ਰੁਪਏ ਸੈਂਟਰ ਵੱਲ ਬਾਕੀ ਉਹ ਦੇ ਨਹੀਂ ਰਹੇ। ਮੈਂ ਹੈਰਾਨ ਹਾਂ ਉਹ ਕਿਉਂ ਇਹੋ ਜਿਹੇ ਝੂਠੇ ਬਿਆਨ ਦਿੰਦੇ। 111 ਦਿਨਾਂ ਦੀ ਸਰਕਾਰ ਦੀ ਰੇਟਿੰਗ 324 ਕਰੋੜ ਰੁਪਇਆ ਅਕਾਊਂਟਸ ਜਿਹੜਾ ਬਦਲੀਆਂ ਦਾ ਕਮਾਇਆ ਤੇ ਰੇਤੇ ਦੀ ਖਨਨ ਚ ਕਮਾਇਆ, ਜਿਹੜਾ ਅਕਾਊਂਟਸ ਉਹਨਾਂ ਦੇ ਭਨੇਵੇਂ ਨੇ ਮੰਨਿਆ ਕਿ ਉਹ ਪੈਸਾ ਜਿਹੜਾ ਅਸੀਂ ਉਹ ਚੋਂ ਕਮਾਇਆ, ਪੂਰੇ ਅਕਾਊਂਟਸ ਨੇ ਲੈਜਰਾ ਬਣੀ ਹੈ। ਕੌਣ ਹੈ ਸੰਨੀ ਮੰਨੀ ਬੰਨੀ ਐਂਡ ਕੰਪਨੀ ਦਾ ਮਾਲਕ? ਹੂ ਇਜ਼ ਐਮਡੀ? ਚਰਨਜੀਤ ਸਿੰਘ ਚੰਨੀ ਐਮਡੀ ਹੈ ਸਰ। 177 ਕਰੋੜ ਰੁਪਏ ਦਾ ਗਰੀਬ, ਹਾਏ ਬੱਲੇ ਮਰ ਜਾ। ਪੰਜਾਬ ਦੇ 1 ਕਰੋੜ 40 ਲੱਖ ਲੋਕ ਗਰੀਬ ਨੇ। ਰਾਹੁਲ ਗਾਂਧੀ ਸਾਹਿਬ ਕਹਿੰਦੇ ਹੈ ਚੰਨੀ ਗਰੀਬ ਆਦਮੀ ਹੈ, ਗਰੀਬ, ਕਿਉਂਕਿ ਉਹਦੇ ਕੋਲ 177 ਕਰੋੜ ਰੁਪਇਆ ਫੜਿਆ ਗਿਆ ਹੈਗਾ। ਉਹਨੇ ਆਪਣੇ ਐਫੀਡੇਵਿਟ ਚ ਪਾਇਆ 177 ਕਰੋੜ ਰੁਪਇਆ ਪੱਕਾ ਉਹਦੇ ਕੋਲ ਲਗਾ ਰੁਪਇਆ। ਉਹਨਾਂ ਗਲਤ ਕਹਿੰਦੇ 1 ਕਰੋੜ 70 ਲੱਖ ਹੈ। ਮੈਂ ਕਿਹਾ ਜੀ ਤਾਂ ਵੀ 1 ਕਰੋੜ 70 ਹੀ ਸਹੀ। 1 ਕਰੋੜ 42 ਲੱਖ ਲੋਕ ਪੰਜਾਬ ਦੇ ਜਿਨ੍ਹਾਂ ਨੂੰ ਰਾਸ਼ਨ ਦਿੰਦੇ ਹੋ, ਜਿਹਨੂੰ ਗਰੀਬ ਕਹਿੰਦੇ ਆ, ਇਹ ਉਹਦਾ ਮਜ਼ਾਕ ਨਹੀਂ, ਇਹ ਉਹਦਾ ਮਜ਼ਾਕ ਨਹੀਂ। ਖਜ਼ਾਨਾ ਲੁੱਟਣ ਵਾਲੇ ਗਰੀਬ, ਬਨੇਵੇਂ ਜਿਨ੍ਹਾਂ ਕੋਲ 300 ਕਿੰਨੇ ਕਰੋੜ ਦਾ ਹਿਸਾਬ ਫੜਿਆ ਜੇ ਗਰੀਬ, 10.5 ਕਰੋੜ ਰੁਪਇਆ ਕੈਸ਼ ਘਰੋਂ ਫੜਿਆ ਜੇ ਗਰੀਬ, ਲੁਟੇਰੇ ਡਾਕੂ ਚਾਵਲ ਪੰਜਾਬ ਦੇ ਖਜ਼ਾਨੇ ਨੂੰ ਖਾ ਰਹੇ। ਸਾਡੀ ਡਿਊਟੀ ਹੈ ਅਲਖ ਨਿਰੰਜਨ, ਜਾਗਤੇ ਰਹੋ, ਜਗਾਣਾ, ਜਿੰਨੀ ਮੇਰੀ ਉਨੀ ਤੁਹਾਡੀ। ਇਸ ਲਈ ਅਸੀਂ ਸਵਾਲ ਪੁੱਛਦੇ, ਸਾਰਿਆਂ ਨੂੰ ਪੁੱਛਦੇ। ਜੇ ਲੋਕਤੰਤਰ ਦਾ ਮੈਂ ਇੱਕ ਸਤੰਭ ਹਾਂ ਤੇ ਇੱਕ ਸਤੰਭ ਪ੍ਰੈਸ ਵੀ ਹੈ। ਪੁੱਛੋ ਨਾ ਜਾ ਕੇ, ਚੰਨੀ ਸਾਹਿਬ ਨੂੰ ਪੁੱਛਣਾ ਪਏਗਾ ਕਿ ਚੰਨੀ ਸਾਹਿਬ 2018 ਚ ਪਰਚਾ ਹੋਇਆ, ਸਰਕਾਰ ਕਿਹੜੀ ਸੀ? 2018 ਚ ਪਰਚਾ ਹੋਇਆ, ਇਨਕੁਆਇਰੀ ਕਿੰਨੇ ਕੀਤੀ ਸੀ? 2018 ਚ ਪਰਚਾ ਹੋਇਆ, ਕਾਰਵਾਈ ਤਾਂ ਉਸ ਪਰਚੇ ਦੇ ਆਧਾਰ ਤੇ ਹੋਈ। ਤੁਸੀਂ ਕਹਿੰਦਾ ਬਦਲਾਖੋਰੀ, ਕਾਹਦੀ ਬਦਲਾਖੋਰੀ? ਤੁਸੀਂ 10.5 ਕਰੋੜ ਘਰ 'ਚ ਰੱਖੋ, 300 ਕਿੰਨੇ ਕਰੋੜ ਲੁੱਟ ਲਓ, ਬਦਲੀਆਂ ਦੇ ਪੈਸੇ ਲਵੋ, ਪੰਜਾਬ ਦੀਆਂ ਰੇਤਾਂ ਵੇਚ ਦਿਓ, ਪੰਜਾਬ ਦੇ ਨਹਿਰਾਂ ਦੇ ਕੰਢੇ ਵੇਚ ਦਿਓ। ਪਹਿਲੀ ਵਾਰੀ ਹੈ ਪੰਜਾਬ ਦਾ ਖਨਨ ਰੈਵਨਿਊ ਡਿੱਗ ਗਿਆ। ਔਰ ਰੈਵਨਿਊ ਜਿਹੜਾ ਖਜ਼ਾਨੇ 'ਚ ਜਾਣਾ ਸੀ ਉਹ ਸੰਨੀ ਬੰਨੀ ਐਂਡ ਮੰਨੀ ਕੰਪਨੀ ਚਲਾ ਗਿਆ। ਰਵਨੀਤ ਬਿੱਟੂ ਕਹਿੰਦੇ ਬੋਰੀ 'ਚ ਪਾ ਕੇ ਕੁੱਟਿਆ ਹਨੀ ਨੂੰ ਕਹਿੰਦੇ ਬੋਰੀ 'ਚ ਪਾ ਕੇ ਕੁੱਟਿਆ, ਕਰੰਟ ਲਾਇਆ, ਉਹਨੂੰ ਇਸ ਲਈ ਟਾਰਗੇਟ ਕੀਤਾ ਜਾ ਰਿਹਾ ਕਿਉਂਕਿ ਦਲਿਤ ਸੀਐਮ ਬਣ ਗਿਆ, ਹੁਣ ਉਹਨਾਂ ਨੂੰ ਦਬਾਇਆ ਜਾ ਰਿਹਾ। ਮੈਂ ਬਿੱਟੂ ਜੀ ਨੇ ਤੇ ਕੱਲ ਬਿਆਨ ਵੀ ਦੇ ਦਿੱਤਾ ਕਿ ਪ੍ਰਧਾਨ ਮੰਤਰੀ ਹੈਲੀਕਾਪਟਰ ਨਾਲ ਆਉਣ, ਜ਼ਮੀਨ ਤੇ ਨਾ ਆਉਣ, ਕਿਉਂਕਿ ਪੰਜਾਬ 'ਚ ਕਾਂਗਰਸ ਦੀ ਸਰਕਾਰ ਹੈ। ਇੱਥੇ ਦੇਸ਼ ਦਾ ਪ੍ਰਧਾਨ ਮੰਤਰੀ ਸੁਰੱਖਿਅਤ ਨਹੀਂ ਹੈ। ਇਹ ਉਸ ਕੌਨਸਪੀਰੇਸੀ ਦਾ ਪਾਰਟ 2 ਹੈ ਕਿਆ? ਬਾਕੀ ਜਦੋਂ ਬੰਦੇ ਨੂੰ ਅਦਾਲਤ 'ਚ ਪੇਸ਼ ਕਰੀਦਾ ਨਾ, ਤੇ ਅਦਾਲਤ 'ਚ ਖੜਾ ਹੋ ਕੇ ਕੁਝ ਵੀ ਬੋਲ ਸਕਦਾ। ਉਹਨੇ ਬੋਲਿਆ ਉੱਥੇ ਕਿ ਰਵਨੀਤ ਬਿੱਟੂ ਨੂੰ ਸੁਪਨਾ ਆਇਆ ਰਾਤ ਨੂੰ ਕਿ ਉਹਨੂੰ ਕਰੰਟ ਲੱਗੇ, ਉਹਨੂੰ ਬੋਰੀ 'ਚ ਪਾ ਕੇ ਕੁੱਟਿਆ ਗਿਆ। ਉਹ ਜਦੋਂ ਪੇਸ਼ ਹੋਇਆ, ਮੈਡੀਕਲ ਚੈੱਕਅਪ ਨਹੀਂ ਹੋਇਆ। ਬਿੱਟੂ ਸਾਹਿਬ ਯਾਰ ਨੂੰ ਬਚਾ ਲਓ, ਕੋਈ ਦਿੱਕਤ ਨਹੀਂ, ਲੇਕਿਨ ਠੱਗ ਲੁਟੇਰੇ ਬਚਾ ਕੇ ਪੰਜਾਬ ਦਾ ਖਜ਼ਾਨਾ ਲੁੱਟੀਏ। ਔਰ ਲੁੱਟ 'ਚ ਕੌਣ ਸ਼ਾਮਲ ਹੈ ਜੇ ਪਤਾ ਲੱਗੇ ਤੇ ਕਹੀਏ ਬੋਰੀ 'ਚ ਬਣ ਕੇ ਕੁੱਟਿਆ, ਵਾਹ ਸ਼ਰਾ, ਯਾਰਾਨੇ ਤੇ ਨਿਭਾਓ ਲੇਕਿਨ ਪੰਜਾਬ ਵੀ ਬਚਾਓ ਯਾਰ। ਤੁਹਾਡੇ ਸੰਕਲਪ ਪੱਤਰ 'ਚ ਇੱਕ ਟਰਾਂਸਜੈਂਡਰਸ ਦੇ ਲਈ ਵੀ ਅਨਾਉਂਸਮੈਂਟ ਕੀਤੀ ਗਈ ਹੈ। ਇਹ ਦਿਲਚਸਪ ਚੀਜ਼ ਹੈ ਔਰ ਚੰਗਾ ਇਨੀਸ਼ੀਏਟਿਵ ਹੈਗਾ। ਕੀ ਅਨਾਉਂਸਮੈਂਟ ਹੈਗੀ ਹੈ? ਆਮ ਤੌਰ ਤੇ ਇਸ ਨੂੰ ਕੇਂਦਰ ਦੇ ਵਿੱਚ ਰੱਖਿਆ ਨਹੀਂ ਜਾਂਦਾ ਹੁੰਦਾ, ਥਰਡ ਜੈਂਡਰ। ਐਸਾ ਹੈ ਕਿ ਸਾਡੀ ਧੇਯ ਵਾਕਿਆ ਜਿਹਨੂੰ ਮੰਤਰ ਕਹਿੰਦੇ ਸਾਡੀ ਪਾਰਟੀ ਦਾ ਹੋਗਾ, ਸਭ ਕਾ ਸਾਥ ਸਭ ਕਾ ਵਿਕਾਸ। ਸਭ ਚੋਂ ਵੀ ਆਉਂਦੇ, ਉਹ ਵੀ ਰੱਬ ਦੇ ਪੈਦਾ ਕੀਤੇ ਬੰਦੇ, ਉਹ ਵੀ ਧਰਤੀ 'ਚ ਰੱਬ ਦੇ ਕਹਿਣ ਤੇ ਆਏ, ਉਹਨਾਂ ਦੀ ਚਿੰਤਾ ਵੀ ਹੋਣੀ ਚਾਹੀਦੀ। ਤਰੁਣ ਚੁੱਗ ਪੰਜਾਬ 'ਚ ਉਹ ਪਹਿਲੇ ਲੀਡਰ ਸੀਗੇ ਜਿਨ੍ਹਾਂ ਨੇ ਇਹ ਗੱਲ ਕਹੀ ਕਿ ਬੀਜੇਪੀ ਦੀ ਸਰਕਾਰ ਬਣੀ ਤੇ ਸੀਐਮ ਦਲਿਤ ਬਣੂਗਾ। ਬਾਅਦ ਵਿੱਚ ਤੁਸੀਂ ਵੀ ਚੁੱਪ ਕਰ ਗਏ, ਪਾਰਟੀ ਵੀ ਚੁੱਪ ਕਰ ਗਈ, ਕਿਉਂ? ਐਸਾ ਦੇਖੋ, ਮੈਂ ਆਪਣਾ ਮਤ ਉਦੋਂ ਵੀ ਰੱਖਿਆ ਸੀ ਜਦੋਂ ਚੀਫ ਮਿਨਿਸਟਰ ਦਾ ਵਕਤ ਆਏਗਾ, ਮੈਂ ਆਪਣੀ ਪਾਰਟੀ 'ਚ ਅੱਗੇ ਵੀ ਮਤ ਰੱਖਾਂਗਾ। ਤੁਸੀਂ ਪਾਰਟੀ 'ਚ ਨਹੀਂ ਰੱਖਿਆ ਸੀ, ਤੁਸੀਂ ਪਬਲਿਕ ਡੋਮੇਨ 'ਚ ਦੱਸਿਆ ਸੀ, ਤੁਹਾਡੀ ਅਫੀਸ਼ੀਅਲ ਬਿਆਨ ਸੀਗਾ, ਉਹ ਸਾਰੇ ਮੀਡੀਆ 'ਚ ਚੱਲਿਆ। ਮੇਰੀ ਅੱਜ ਵੀ ਇਹ ਮਾਨਤਾ ਹੈ ਕਿ ਪੰਜਾਬ ਦੇ ਐਸੀ ਭਾਈਚਾਰੇ ਨੂੰ 70 ਸਾਲ ਹੋ ਗਏ ਦਰਕਿਨਾਰ ਕਰਕੇ ਰੱਖਿਆ। 70 ਸਾਲ ਹੋ ਗਏ ਦਰਕਿਨਾਰ ਕਰਕੇ ਰੱਖਿਆ, ਉਹਨੂੰ ਉਹਦਾ ਸਥਾਨ ਨਹੀਂ ਦਿੱਤਾ। ਐਸੀ ਭਾਈਚਾਰੇ ਨੂੰ ਜੋ ਉਹਨੂੰ ਉਹਦਾ ਹਿੱਸਾ ਬੰਦਾ ਸੀ। ਪੰਜਾਬ 'ਚ
ਕੋਈ 38 ਕਹਿੰਦਾ, ਕੋਈ 35 ਕਹਿੰਦਾ, ਕੋਈ 34 ਕਹਿੰਦਾ, ਲੋ 34% ਹੀ ਸਹੀ। ਜੇ 20 ਚੀਫ ਮਿਨਿਸਟਰ ਬਣੇ ਤੇ ਤੀਜਾ ਹਿੱਸਾ ਤੇ ਐਸੀ ਭਾਈਚਾਰੇ ਦੇ ਚਾਹੀਦੇ ਸੀ। ਉਹਨਾਂ ਦੇ ਘਰ ਮੁੰਡੇ ਨਹੀਂ ਪੈਦਾ ਹੁੰਦੇ, ਉਹਨਾਂ ਘਰ ਕੁੜੀਆਂ ਪੈਦਾ ਨਹੀਂ ਹੁੰਦੀਆਂ, ਉਹਨਾਂ ਘਰ ਸਿਆਣੇ ਨਹੀਂ, ਪੜ੍ਹੇ ਲਿਖੇ ਨਹੀਂ ਪੈਦਾ ਹੋ ਸਕਦੇ, ਹੁੰਦੇ ਨਹੀਂ। ਜੇ ਉੱਥੇ ਆਈਐਸ ਵੀ ਬਣ ਸਕਦੇ, ਬੰਦੇ ਹੀ ਨੇ। ਤੇ ਚੀਫ ਮਿਨਿਸਟਰ ਕਿਉਂ ਨਹੀਂ ਕਿਸੇ ਪੋਲੀਟੀਕਲ ਪਾਰਟੀ ਨੇ ਉਹਨਾਂ ਨੂੰ ਅੱਗੇ ਆਉਣ ਦਿੱਤਾ? ਮੇਰੀ ਮੰਗ ਸੀ, ਅੱਜ ਵੀ ਮੈਂ ਪਾਰਟੀ 'ਚ ਰੱਖਾਂਗਾ। ਅੱਜ ਵੀ ਤਰੁਣ ਚੁੱਗ ਦੀ ਅੱਜ ਵੀ ਇਹ ਮੰਗ ਹੈ ਕਿ ਜੇ ਤੁਹਾਡੀ ਸਰਕਾਰ ਬਣਦੀ ਹੈ, ਸੀਐਮ ਦਲਿਤ ਹੋਣਾ ਚਾਹੀਦਾ ਜਾਂ ਸੀਐਮ ਕੈਂਡੀਡੇਟ ਦਲਿਤ ਹੋਣਾ ਚਾਹੀਦਾ। ਐਸਾ ਹੈ, ਮੈਂ ਆਪਣੀ ਪਾਰਟੀ 'ਚ ਗੱਲ ਰੱਖੀ ਸੀ, ਅੱਗੋਂ ਵੀ ਰੱਖਾਂਗਾ। ਕਿਹਾ ਕੀ ਪਾਰਟੀ ਨੇ? ਚੁੱਪ ਕਰ ਜਾਓ, ਤੁਸੀਂ ਬੋਲੇ ਨਹੀਂ ਨਾ ਦੁਬਾਰਾ। ਨਾ, ਮੈਂ ਤੇ ਅੱਜ ਵੀ ਕਹਿ ਰਿਹਾ, ਤੁਹਾਡੇ ਸਾਹਮਣੇ ਚੈਨਲ ਤੇ ਕਹਿ ਰਿਹਾ ਕਿ ਜਦੋਂ ਵਕਤ ਆਏਗਾ, ਪਾਰਲੀਮੈਂਟਰੀ ਬੋਰਡ ਬੈਠੇਗਾ, ਮੈਂ ਆਪਣਾ ਨਿਵੇਦਨ ਰੱਖਾਂਗਾ। ਔਰ ਮੈਂ ਤੁਹਾਨੂੰ ਦੂਜੀ ਗੱਲ ਦੱਸਾਂ, ਮੇਰੀ ਗੱਲ ਦੇ ਪਿੱਛੇ ਮੇਰੀ ਪਾਰਟੀ ਦਾ ਇਤਿਹਾਸ ਹੈ। ਪੰਜਾਬ ਦੇ ਅੰਦਰ 2 ਵਾਰੀ ਅਸੀਂ ਤਾਕਤ 'ਚ ਆਏ, 2 ਵਾਰੀ ਮੌਕਾ ਆਇਆ ਸੀ ਆਪਣਾ ਨੇਤਾ ਬਣਾਉਣਾ ਸੀ। ਪਹਿਲੀ ਵਾਰੀ ਵਕਤ ਆਇਆ, ਅਸੀਂ ਡਿਪਟੀ ਸੀਐਮ ਅਸੀਂ ਨਾਂ ਦਿੱਤਾ ਸਵਰਨਾ ਰਾਮ ਜੀ, ਬਿਲਕੁਲ ਬਾਦਲ ਸਾਹਿਬ ਮੰਨੇ ਨੇ। ਦੂਜੀ ਵਾਰੀ ਆਇਆ, ਅਸੀਂ ਭਗਤ ਚੂਨੀ ਲਾਲ ਜੀ ਨੂੰ ਬਣਾਇਆ। ਭਗਤ ਚੂਨੀ ਲਾਲ ਜੀ ਦਾ ਡਿਪਟੀ ਸੀਐਮ ਅਸੀਂ ਨਾਂ ਦਿੱਤਾ, ਭਗਤ ਭਾਈਚਾਰੇ ਤੋਂ ਆਉਂਦੇ। ਆਪਣਾ ਚੌਧਰੀ ਸਾਹਿਬ ਰਵਿਦਾਸੀਆ ਭਾਈਚਾਰੇ ਤੋਂ ਆਉਂਦੇ। ਅਸੀਂ ਉਹਨਾਂ ਦਾ ਨਾਂ ਰੱਖਿਆ ਕਿ ਇਹਨਾਂ ਨੂੰ ਚੀਫ ਮਿਨਿਸਟਰ ਡਿਪਟੀ ਚੀਫ ਮਿਨਿਸਟਰ ਬਣਾਓ, ਕਿਉਂਕਿ ਸਾਡੇ ਹਿੱਸੇ ਡਿਪਟੀ ਸੀਐਮ ਆਉਂਦਾ ਸੀ। ਉਹਨਾਂ ਨੇ ਨਹੀਂ ਬਣਾਇਆ। ਲੇਕਿਨ ਮੇਰੀ ਪਾਰਟੀ ਦੀ ਸੋਚ, ਮੇਰੀ ਪਾਰਟੀ ਦੀ ਗੁੜਤੀ ਮੇਰੇ ਸਾਹਮਣੇ ਹੈ ਔਰ ਮੇਰਾ ਇਤਿਹਾਸ ਬੋਲ ਰਿਹਾ ਕਿ ਜਦੋਂ ਵੀ ਮੌਕਾ ਆਇਆ, ਅਸੀਂ ਪੰਜਾਬ ਦੇ ਹਰ ਭਾਈਚਾਰੇ ਨੂੰ ਮੌਕਾ ਦਿੱਤਾ। ਇਸੇ ਪੋਜ਼ਿਟਿਵ ਨੋਟ ਤੇ ਅਸੀਂ ਇੰਟਰਵਿਊ ਖਤਮ ਕਰਦੇ ਹਾਂ। ਬਹੁਤ ਧੰਨਵਾਦ ਚੁੱਗ ਸਾਹਿਬ ਗੱਲ ਕਰਨ ਦੇ ਲਈ। ਸੋ ਇਹ ਸਨ ਤਰੁਣ ਚੁੱਗ। ਬੀਜੇਪੀ ਨੇ ਆਪਣਾ ਸੰਕਲਪ ਪੱਤਰ ਅੱਜ ਜਾਰੀ ਕੀਤਾ ਹੈ, ਆਪਣਾ ਵਿਜ਼ਨ ਦਿੱਤਾ ਹੈ ਪੰਜਾਬ ਦੇ ਲਈ। ਉਹਨਾਂ ਦਾ ਵਿਜ਼ਨ ਕੀ ਹੈਗਾ, ਦਿਲਚਸਪ ਗੱਲਾਂ ਤਰੁਣ ਚੁੱਗ ਹੋਣਾ ਨੇ ਕੀਤੀਆਂ ਨੇ। ਹਾਲਾਂਕਿ ਆਪਣੇ ਬਿਆਨ ਤੇ ਉਹ ਅਜੇ ਵੀ ਕਾਇਮ ਨੇ, ਕਹਿੰਦੇ ਕਿ ਦੁਬਾਰਾ ਪਾਰਟੀ ਫੋਰਮ ਤੇ ਉਹ ਗੱਲ ਰੱਖਣਗੇ ਕਿ ਪੰਜਾਬ ਦਾ ਸੀਐਮ ਕਿਸੇ ਦਲਿਤ ਨੂੰ ਬਣਾਇਆ ਜਾਏ, ਕਿਉਂਕਿ ਆਪਣੀ ਸਰਕਾਰ ਦਾ ਵੀ ਜ਼ਿਕਰ ਕਰਦੇ ਨੇ ਅਕਾਲੀ ਬੀਜੇਪੀ ਸਰਕਾਰ ਦੇ 10 ਸਾਲ ਦਾ, ਕਿ ਉਸ ਸਮੇਂ ਵੀ ਜਿਹੜਾ ਡੋਮੀਨੇਟ ਕਰ ਰਿਹਾ ਸੀਗਾ ਅਕਾਲੀ ਦਲ, ਉਸਨੇ ਬੀਜੇਪੀ ਦੀ ਮੰਗ ਨੂੰ ਦਰਕਿਨਾਰ ਕਰ ਦਿੱਤਾ। ਤਰੁਣ ਚੁੱਗ ਦੱਸਦੇ ਨੇ ਕਿ ਉਸ ਸਮੇਂ ਵੀ ਸਵਰਨਾ ਰਾਮ ਦਾ ਤੇ ਭਗਤ ਚੂਨੀ ਲਾਲ ਦਾ ਨਾਮ ਜਿਹੜਾ ਅੱਗੇ ਕੀਤਾ ਗਿਆ ਸੀ, ਉਸਨੂੰ ਅਕਾਲੀ ਦਲ ਨੇ ਪਿੱਛੇ ਕਰ ਦਿੱਤਾ। ਪਰ ਤਰੁਣ ਚੁੱਗ ਆਪਣੇ ਬਿਆਨ ਤੇ ਕਾਇਮ ਨੇ ਕਿ ਦੁਬਾਰਾ ਪਾਰਟੀ ਫੋਰਮ ਤੇ ਗੱਲ ਰੱਖਣਗੇ ਕਿ ਪੰਜਾਬ ਦਾ ਸੀਐਮ ਬੀਜੇਪੀ ਵੱਲੋਂ ਵੀ ਕੋਈ ਦਲਿਤ ਵਿਅਕਤੀ ਹੀ ਆਵੇ। ਦੇਸ਼ ਦੁਨੀਆ ਦੀ ਬਾਕੀ ਖਬਰਾਂ ਦੇ ਲਈ ਬਣੇ ਰਹੋ ਦੈਨਿਕ ਸਵੇਰਾ ਦੇ ਨਾਲ। ਫਿਲਹਾਲ ਦੇ ਲਈ ਧੰਨਵਾਦ।